डिंडोत बंदन अनक बार, सर्व कला समरथ, डोलन ते राखो प्रभु, नानक दे कर हथ। डंडोत बंदन अनक बार, सर्व कला समरथ, डोलन ते राखो प्रभु, नानक दे कर हथ। परम सन्मान योग साहिब श्री गुरु ग्रंथ साहिब सच्चे पातशाह महाराज जी दी पावन पवित्र खजूरी अंदर पिछले कई रोज तो शहीदां दे सरताज बाणी के बोहित सतगुरु गुरु अर्जुन देव जी महाराज हजूर दे शहादत दिवस नूं समर्पित गुरमत दीवान दी हाजरी भरन दा इस वरे सुभाग प्राप्त होया है। रोजाना संध्या दे दीवान विच सतगुरु गुरु अर्जन देव जी महाराज हजूर दा पावन पवित्र जीवन, उन्हां दियां बख्शिशां और बाणी दे संबंध विच असी थोड़े संखेप जै संकोचवें शब्दां विच विचार करन दा यतन कीता। कल तक ये लड़ी पहुंची सी कि धन गुरु अर्जुन देव महाराज जी ने साडे ते एडा वड्डा परोपकार कीता कि भगत साहबान जी दी बाणी, भट्ट साहबान गुरसिखां दी और गुरु जोत दी बाणी नूं एक थां ते संग्रह कर दिता। उस तो बाद धन बाबा बुढ़ा साहब जी तो हजूर ने खरमंदर साहब अंदर पहला प्रकाश कराया। आओ इस तो अगे हजूर दी शहादत दे कारण किस कानून दे तहत शहीद किया गया, किवें सच्ची सरकार नूं तसीहे दिते गए ते उन्हां दी शहादत वेले जो अंदर दी चढ़दी कला सी, इनू मैं आप जी नाल साझिया कर सकां। आप जितने गुरु चरना अंदर हाजिर हो, अंदर नू टिकाण दा यतन करिए। विचार दी प्रारंभता तो पहला गुरु बख्शी फतेह स्वीकार करो और उच्चारण करो जी, वाहिगुरु जी का खालसा, वाहिगुरु जी की फतेह। रात दे दीवान विच विचार कीती सी कि सतगुरु गुरु अर्जुन देव जी महाराज ने गुरु ग्रंथ साहब जी का प्रकाश खरमंदर साहब अंदर कीता। हजूर दे प्रकाश करन दे नाल
ਪਹਿਲਾਂ ਸਿੱਖ ਬਾਣੀ ਤਾਂ ਪੜ੍ਹ ਰਹੇ ਨੇ, ਕੀਰਤਨ ਸੁਣਦੇ ਨੇ, ਸ਼ਬਦ ਵਿਚਾਰ ਸੁਣਦੇ ਨੇ, ਤੇ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਜਾਂ ਸਾਰੀ ਬਾਣੀ ਨੂੰ ਇੱਕ ਥਾਂ ਤੇ ਸੰਗ੍ਰਹਿ ਕਰਕੇ ਹਜ਼ੂਰ ਨੇ ਵਿਲੱਖਣਤਾ ਦੀ ਦਾਤ ਸਾਨੂੰ ਦੇ ਦਿੱਤੀ। ਤੇ ਇਸ ਅੰਮ੍ਰਿਤ ਬਾਣੀ ਅੰਦਰ ਸਮੁੱਚੀ ਮਾਨਵਤਾ ਲਈ ਸਰਬ ਸਾਂਝਾ ਉਪਦੇਸ਼ ਦਰਜ ਕੀਤਾ ਗਿਆ। 3-4 ਮੈਂ ਬੇਨਤੀਆਂ ਆਰੰਭ ਚ ਕਰਨੀਆਂ ਨੇ ਕਿ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਗੁਰਬਾਣੀ ਨੇ ਜਾਤ ਦੇ ਆਧਾਰ ਤੇ ਕੀਤੀ ਕੋਈ ਵੰਡ ਨੂੰ ਸਵੀਕਾਰ ਨਹੀਂ ਕੀਤਾ। ਸ਼ਹਾਦਤ ਦੇ ਕਾਰਨ ਕੀ ਬਣਦੇ? ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਗੁਰਬਾਣੀ ਨੇ ਸ਼ਬਦਾਂ ਦੇ ਪਿੱਛੇ ਸੰਕੀਰਣਤਾ ਨੂੰ ਸਵੀਕਾਰ ਨਹੀਂ ਕੀਤਾ। ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਗੁਰਬਾਣੀ ਨੇ ਇਲਾਕੇ ਦੇ ਆਧਾਰ ਤੇ ਕੀਤੀ ਕੋਈ ਵੰਡ ਨੂੰ ਪਰਮਾਰਥ ਨਾਲ ਜੋੜ ਕੇ ਵੇਖਣ ਨੂੰ ਸਵੀਕਾਰ ਨਹੀਂ ਕੀਤਾ। ਇਉਂ ਕਹਿ ਲਵੋ ਕਿ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਗੁਰਬਾਣੀ ਕਿਸੇ ਵੀ ਜ਼ਾਤ ਨਾਲ ਸੰਬੰਧਿਤ ਹੋਵੇ, ਉਹ ਇਸ ਬਾਣੀ ਨੂੰ ਪੜ੍ਹ ਸਕਦਾ ਹੈ, ਵਿਚਾਰ ਸਕਦਾ ਹੈ, ਗਾ ਸਕਦਾ ਹੈ, ਤੇ ਇਸ ਧੁਰ ਕੀ ਬਾਣੀ ਨੂੰ ਆਪਣੇ ਜੀਵਨ ਵਿੱਚ ਉਹ ਢਾਲ ਸਕਦਾ ਹੈ। ਇੱਕ ਬੜੀ ਵੱਡੀ ਕ੍ਰਾਂਤੀ ਸੀ। ਇਹ ਕਿਵੇਂ? ਜਦੋਂ ਅਸੀਂ ਹਿੰਦੂਇਜ਼ਮ ਨੂੰ ਦੇਖਨੇ ਖਾਂ ਕਿ ਉੱਥੇ ਮਨੂ ਸਿਮਰਤੀ ਨੇ ਪਰਮਾਤਮਾ ਦੀ ਬਣਾਈ ਕੋਈ ਮਨੁੱਖਤਾ ਦੇ 4 ਹਿੱਸੇ ਕਰ ਦਿੱਤੇ। ਬ੍ਰਾਹਮਣ, ਖੱਤਰੀ, ਸ਼ੂਦ ਤੇ ਵੈਸ਼। ਉਹਨਾਂ ਦੇ ਕਰਮ ਵੀ ਉਹਨੇ ਵੰਡ ਦਿੱਤੇ ਕਿ ਬ੍ਰਾਹਮਣ ਸਿਰਫ ਦਾਨ ਪੁੰਨ ਲੈ ਸਕਦਾ ਹੈ, ਪੜ੍ਹਾ ਸਕਦਾ ਹੈ। ਇਉਂ ਕਹਿ ਲੋ ਕਿ ਰੱਬ ਵਾਲਾ ਸਾਰਾ ਕੰਮ ਉਹਨੇ ਆਪਣੇ ਹਿੱਸੇ ਲੈ ਲਿਆ। ਹਾਲਾਂਕਿ ਉਹ ਉਧਰ ਇਮਾਨਦਾਰੀ ਨਾਲ ਚੱਲਿਆ ਨਾ। ਸਤਿਗੁਰੂ ਨੇ ਸ਼ਬਦ ਕਹਿਣੇ ਪਏ, ਬਾਹਮਣ ਨਹਾਵੇ ਜੀਆਂ ਕਾਹੇ। ਖੱਤਰੀ ਲਈ ਕਹਿ ਦਿੱਤਾ ਗਿਆ ਕਿ ਤੂੰ ਸੂਰਮਾ ਹੈ, ਮੈਦਾਨੇ ਜੰਗ ਦੇ ਅੰਦਰ ਦੁਸ਼ਮਣ ਦਾ ਮੁਕਾਬਲਾ ਤੂੰ ਕਰਨਾ ਹੈ। ਵੈਸ਼ ਨੂੰ ਕਰਮ ਦੇ ਦਿੱਤਾ ਗਿਆ, ਖੇਤੀਬਾੜੀ ਕਰ, ਆਪਣਾ ਵਪਾਰ ਕਰ। ਤੇ ਸ਼ੂਦਰ ਨੂੰ ਇਹਨਾਂ 4 ਵਰਨਾਂ ਦਾ ਸੇਵਾਦਾਰ ਬਣਾ ਕੇ ਰੱਖ ਦਿੱਤਾ। ਇਹਦਾ ਜ਼ਿਕਰ ਹਜ਼ੂਰ ਨੇ ਆਸਾ ਕੀ ਵਾਰ ਵਿੱਚ ਵੀ ਕੀਤਾ, ਪਰ ਉਹਦੇ ਵਿੱਚ ਇੱਕ ਲਫ਼ਜ਼ ਜੋਗ ਵੀ ਵਰਤਿਆ ਕਿ ਜੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਾਹਮਣ ਹੈ, ਖੱਤਰੀ ਸ਼ਬਦੰ ਸੂਰ ਸ਼ਬਦੰ ਸ਼ੂਦਰ ਸ਼ਬਦੰ ਪ੍ਰਾਕ੍ਰਿਤ ਹੈ, ਸਰਬ ਸ਼ਬਦੰ ਏਕ ਸ਼ਬਦੰ ਜੇ ਕੋ ਜਾਣੈ ਪਿਓ, ਨਾਨਕ ਤਾਂ ਕਾ ਦਾਸ ਹੈ ਸੋਈ ਨਿਰੰਜਨ ਜੀਓ, ਸੋਈ ਨਿਰੰਜਨ ਦਿਓ। ਇੱਥੇ ਸ਼ਬਦ ਦੇ ਅਰਥ ਧਰਮ ਨਾਲ ਸੰਬੰਧਿਤ ਕੀਤੇ ਗਏ। ਜੋਗੀ ਨੇ ਆਪਣਾ ਧਰਮ ਗਿਆਨ ਤੱਕ ਸੀਮਿਤ ਰੱਖਿਆ। ਖੱਤਰੀ ਦਾ ਧਰਮ ਸੂਰਮ ਗਤੀ ਨੂੰ ਪ੍ਰਾਪਤ ਕਰਨਾ, ਵੈਸ਼ ਦਾ ਧਰਮ ਕਿਰਤਕਾਰ ਕਰਨਾ, ਸ਼ੂਦਰ ਦਾ ਧਰਮ ਇਹਨਾਂ ਦੀ ਸੇਵਾ ਵਿੱਚ ਹਾਜ਼ਰ ਹੋਣਾ। ਪਰ ਸਾਹਿਬ ਨੇ ਇੱਕੋ ਗੱਲ ਕਹੀ, ਸਰਬ ਧਰਮ ਕੇਵਲ ਇੱਕੋ ਹੈ, ਸਰਬ ਵਿਆਪਕ ਧਰਮ ਕਿ ਇੱਕ ਪਰਮਾਤਮਾ ਦੀ ਯਾਦ ਵਿੱਚ ਉਹਦੇ ਸ਼ਬਦ ਵੀ ਜੁੜ ਜਾਣ। ਜੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਾਹਮਣ ਹੈ, ਖੱਤਰੀ ਸ਼ਬਦੰ ਸੂਰ ਸ਼ਬਦੰ ਸ਼ੂਦਰ ਸ਼ਬਦੰ ਪ੍ਰਾਕ੍ਰਿਤ ਹੈ, ਸਰਬ ਸ਼ਬਦੰ ਏਕ ਸ਼ਬਦੰ, ਸਭ ਦਾ ਇੱਕੋ ਧਰਮ ਹੈ, ਇੱਕ ਪਰਮਾਤਮਾ ਨਾਲ ਜੁੜਨਾ। ਸਰਬ ਸ਼ਬਦੰ ਏਕ ਸ਼ਬਦੰ ਜੇ ਕੋ ਜਾਣੈ ਪਿਓ, ਜਿਹੜਾ ਇਸ ਨੂੰ ਜਾਣ ਗਿਆ, ਨਾਨਕ ਤਾਂ ਕਾ ਦਾਸ ਹੈ ਸੋਈ ਨਿਰੰਜਨ ਦੇਹੁ। ਸਤਿਗੁਰੂ ਨੇ ਸੁਖਮਨੀ ਸਾਹਿਬ ਦੀ ਬਾਣੀ ਵਿੱਚ ਇਸ ਗੱਲ ਦਾ ਵੀ ਖੁਲਾਸਾ ਫਿਰ ਕਰ ਦਿੱਤਾ। ਕਹਿਣ ਲੱਗੇ, ਸਰਬ ਧਰਮ ਹੈ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਨਿਰਮਲ ਕਰਮ ਤੇ ਪ੍ਰਮਾਤਮਾ ਦੇ ਨਾਮ ਨੂੰ ਜਪਣਾ। ਪਰ ਬੇਨਤੀ ਕਰਾਂ, ਉਥੋਂ ਦੀ ਵਰਨ ਵੰਡ ਮੁਤਾਬਕ ਕਿਸੇ ਸ਼ੂਦਰ ਕੋਲ ਇਤਨਾ ਹੱਕ ਨਹੀਂ ਕਿ ਉਹ ਧਾਰਮਿਕ ਸਾਹਿਤ ਦਾ ਅਧਿਐਨ ਕਰ ਸਕੇ। ਸ਼ੂਦਰ ਨੂੰ ਕੋਈ ਹੱਕ ਨਹੀਂ ਕਿ ਉਹ ਵੇਦ ਪੜ੍ਹ ਸਕੇ। ਸ਼ੂਦਰ ਨੂੰ ਕੋਈ ਹੱਕ ਨਹੀਂ ਕਿ ਉਹ ਸਿਮਰਤੀਆਂ ਪੜ੍ਹ ਸਕੇ। ਸ਼ੂਦਰ ਭਾਵੇਂ ਵਿਦਵਾਨ ਵੀ ਹੋਵੇ ਤੇ ਬ੍ਰਾਹਮਣ ਭਾਵੇਂ ਅਨਪੜ੍ਹ ਹੋਵੇ, ਤੇ ਸੱਚ ਇਹ ਵਿਦਵਾਨ ਸ਼ੂਦਰ ਸਤਿਕਾਰਯੋਗ ਨਹੀਂ, ਅਨਪੜ੍ਹ ਬ੍ਰਾਹਮਣ ਨੂੰ ਸਨਮਾਨ ਦਿੱਤਾ ਜਾਂਦਾ ਸੀ। ਸਤਿਗੁਰੂ ਨੇ ਸਭ ਤੋਂ ਵੱਡੀ ਬਖਸ਼ਿਸ਼ ਕੀਤੀ, ਗੁਰੂ ਨਾਨਕ ਸਾਹਿਬ ਦੀ ਜੋਤ ਨੇ। ਉਹਨਾਂ ਨੇ ਜਾਤ ਦੇ ਆਧਾਰ ਤੇ ਪਈ ਕੋਈ ਵੰਡੀ, ਉਹਨੂੰ ਖਤਮ ਕੀਤਾ। ਤੇ ਇਹਦੇ ਗੁਰੂ ਗ੍ਰੰਥ ਸਾਹਿਬ ਦਾ ਪਾਠ
जात के आधार पर नहीं कि फलानी जात वाला ही केवल पाठ कर सकता है। आओ कुछ असी बचन लै लीए कि कला यही नहीं कि जिन्हां महापुरखों भगतां ने परमात्मा की इबादत बंदगी की, भावें वो उस वक्त की बनाई हुई अखौती नीवीं जात विचों मन्ने गए, पर भगती करके जदों वो अभेदता तक ब्रह्म ज्ञान तक पहुँचे तो सच ए वे गुरुदेव ने उन्हां भगतां दे अमृत बचन बाणी विच दर्ज कर दिते। जिवें उदाहरण के तौर पर असी उन्हां भगतां दी बाणी चों देखांगे, केवल इतिहास चों नहीं, क्योंकि शब्द उन्हां दा हिरदा है ते भगत अपने शब्द विच उस वक्त की वेदना नूं बयान करदे। कबीर साहिब दा सी शब्द पढ़ने, शलोक उन्हां दे पढ़ने, उन्होंने अपनी रसना तो बचन कहे, कहन लगे मेरी जात का मजाक हर बंदे ने उड़ाया, इत्थों तक कि उच्ची जात वालियां ने मेरे जात की खांसी उड़ाई, पर कहते मैं कुर्बान जावां अपनी इस जात तो जिस जात विच पैदा हो के मैं रब की बंदगी की, प्रभु नूं पा लिया। असी सलोक पढ़ने, कबीर मेरी जात को सबको हसना खार, हर कोई मेरी जात का मजाक उड़ा रहा। कबीर मेरी जात को सबको हसने खार, महाराज कहते बले खारी इस जात को जे जप्यो सिरजन खार। मैं कुर्बान जावां इस जात विच रह के मैं साई नूं पा लिया। पर जिस दिन जात ते आधारित उन्हां दा विरोध किया गया कि तुसी शूदर हो, फिर उन्हां दा अमृत शब्द असी गुरु ग्रंथ साहिब विचों एक होर लांगे। मैं आउणा सतगुरु गुरु अर्जुन देव की शहादत संबंधी है, सिर्फ आरंभ च बेनती है एक कारण की ने। ये ठीक है चंदू बख्शण योग नहीं, उन्हें पूरी वाह लाई, हवेली भी ओदी चुनी गई, पर सरदार कपूर सिंह जी के अनुसार जहांगीर नूं भी माफ नहीं किया जा सकता। शेख अहमद सरहदी, शेख फरीद बुखारी, मुर्तजा खां, उस तो इलावा पिरथिया, उस तो अलावा जिहड़े अखौती भगत ने, ते सब तो वड्डा कारण कि सिख धर्म की वधदी कोई प्रफुल्लता नूं देख के, वधदे कोई सिद्धांत नूं देख के ना ब्राह्मण, ना मुलाना, ना हाकम ते ना ईरखालू लोग बर्दाश्त कर सके। सिक्खी की चढ़दी कला ही एक कारण बनती है गुरु अर्जुन देव की शहादत। सतगुरु गुरु अर्जुन देव महाराज, मैं बेनती कर रहा पहला गुरु ग्रंथ साहिब बारे कि जदों जात पात के आधार पर वंडिया तो भगत कबीर साहब ने अपनी रसना तो अमृत बोल कहे, हालांकि उन्हां दे अमृत बचन गुरु अर्जुन देव जी के आगमन तो पहला दे ने, पर वो एक मैनू बख्श दिओ भगत सच की आवाज़ बुलंद की, पर वो लहर ना पैदा हो सकी जिहड़ी लहर गुरु नानक साहब जी की जोत ने पैदा कर दी। भगत साहब जी ने अपनी रसना तो ये अमृत बचन कहे कि जन्म तो बाद जात विच वंडन वाले बंदिया, जिस दिन इंसान मां की कुख विच निवास करता है उस दिन इहदी जात की हुंदी है। असी उन्हां दे अमृत बचन पढ़ने का कहंदे ने एक तां मां की कुख विच किसे दी जात नहीं, दूसरी गल कि याद रख कि संसार ते आउण दा रस्ता शूदर दा भी ओ ते ब्राह्मण दा भी ओ, विद्वान दा भी ओ ते जिन्हें अनपढ़ बनना है ओदा भी ओ। तीसरी गल कि साडे शरीरक ढांचे विच सारियां दियां नाड़ां विच खून इक्को जिहा, ते फिर तू उच्चा किवें ते मैं नीवा किवें। उन्हां जात पात दा खंडन कीता ते अपनी अमृत बाणी च बचन कहे, कहन लगे गर्भवास में कुल नहीं जाती, ब्रह्म बिंद ते सब उत्पाती। मां दे उदर च कोई जात नहीं, गर्भवास में कुल नहीं जाती, ब्रह्म बिंद ते सब उत्पाती। कहो रे पंडित बामन कब के होए, बामन कह के जन्म मत खोए। जो तो ब्राह्मण ब्राह्मणी जाया, तो आन बाट काहे नहीं आया। तुम कत ब्राह्मण खम कत सूद, हम कत लोहू तुम कत दूध। तू ब्राह्मण किवें ते मैं शूदर किवें? सवाल कर दे। तेरे अंदर भी खून, मेरे अंदर भी खून। जे तेरे अंदर खून दी थां ते दुध, मेरे अंदर केवल खून, मैं समझ जाऊंगा वाकई तू जन्म करके मेरे तो उच्चा। तुम कत ब्राह्मण खम कत सूद, हम कत लोहू तुम कत दूध। कहो कबीर जो ब्रह्म विचारै, सो ब्राह्मण कहियत कै खमारे। मेरी बेनती ध्यान ना सुनियो जो मैं अर्ज करनी चाहना। हुण इस तो बाद असी भगत नामदेव दी बाणी पढ़ने कि जात दे आधार ते इस भगत ने धक्का नहीं खोया, सचमुच खोया।
ਤੇ ਉਹਨਾਂ ਲੋਕਾਂ ਨੇ ਕੀਤੇ ਜਿਹੜੇ ਕਹਿੰਦੇ ਸਨ ਕਿ ਪੁਸ਼ਤੈਨੀ ਕਈ ਸਦੀਆਂ ਤੋਂ ਸਾਨੂੰ ਹੱਕ ਕੇ ਕੇਵਲ ਪਰਮਾਤਮਾ ਦੀ ਗੱਲ ਕਰਨ ਦਾ। ਤੇ ਸਤਿਗੁਰੂ ਨੇ ਬਚਨ ਵੀ ਕਹੇ ਤੇ ਭਗਤ ਉਹਨਾਂ ਨੇ ਖੁਦ ਦਰਜ ਕੀਤੇ, ਮੋਕੋ ਤੋਂ ਨਾ ਵਿਸਾਰ, ਮੋਕੋ ਤੂੰ ਨਾ ਵਿਸਾਰ, ਨਾ ਵਿਸਾਰ, ਨਾ ਵਿਸਾਰੇ ਰਾਮਈਆ, ਆਲਾਵੰਤੀ ਇਹ ਪ੍ਰਮਜੋਕ ਹੈ ਮੁਝ ਉੱਪਰ ਸਭ ਕੋ ਪਿਲਾ। हे ਪ੍ਰਭੂ ਤੂੰ ਮੈਨੂੰ ਭੁਲਾ ਨਾ, ਮੈਨੂੰ ਵਿਸਾਰ ਨਾ, ਮੈਨੂੰ ਆਪਣੇ ਤੋਂ ਦੂਰ ਨਾ ਕਰ। ਜਿਨ੍ਹਾਂ ਨੂੰ ਆਪਣੇ ਉੱਚੇ ਘਰ ਦਾ, ਉੱਚੀ ਜ਼ਾਤ ਦਾ, ਉੱਚੇ ਗੁਣਾਂ ਦਾ ਹੁਨਰ ਕਹਿ, ਮਾਣ ਕਹਿ, ਇਹ ਮੈਨੂੰ ਸ਼ੋਧ ਕਹਿ ਰਹੇ ਨੇ। ਆਲਾਵੰਤੀ ਇਹ ਭ੍ਰਮਜੋਕ ਹੈ ਮੁਝ ਉੱਪਰ ਸਭ ਕੋ ਪਿਲਾ, शोध शोध कर मार उठायो कहाँ करूं बाप बीठला। मैं की करा प्रभु। ते ਉਹਦੇ ਵਿੱਚ ਇੱਕ ਗੱਲ ਉਹਨਾਂ ਕਹੀ, ਕਹਿਣ ਲੱਗੇ ਸੱਚ एवे कि मरण तो बाद मुक्ति ਦਾ ਕਨਸੈਪਟ देखो हिंदुइज्म ने ਦਿੱਤਾ ਕਿ मैं एक बेनती करांगा, गुरमत ने मुक्ति की गल की पर शंकराचार्य वाली मुक्ति नहीं, सनातन मत वाली वो मुक्ति नहीं। गुरमत ने जिउंदे जी मुक्त होने की गल की ते गुरु अर्जुन देव जी ने की। जदों असीं बचन पढ़ने आ प्रभ की आग्या आत्म की धावै, ते अगले बचन मरण तो बाद मुक्ति नहीं जीवन मुक्त है। गुरु रामदास जी के बचन पढ़ने जीवन मुक्त तो आखिए मर जीवै मरिया। थोड़ियां जिहियां बेनतियां ध्यान नाल कि आवांगे आपां शहादत ते। हजूर ने फरमाया प्रभ की आग्या आत्म की धावै जीवन मुक्त सो कहावै। कौन है जीवन मुक्त? तैसा हरख तैसा शोक का। धन गुरु अर्जुन देव ते सारे बचन टुकदे ने। उन्हां लई खुशी ते गमी दी कोई अहमियत नहीं कि अंदर दे संतुलन नूं खुशी जा गमी बिगाड़ सके। प्रभ की आग्या आत्म हितावै जीवन मुक्त सो कहावै, तैसा हरक तैसा उशोग सदा आनंद तै नाहि वियोग। तैसा स्वर्ण तैसी उस माटी, तैसा अमृत तैसी बेखाटी, तैसा मान तैसा अभिमान, तैसा रंक तैसा राजान, जो वरताए साई जुगत बस आख है जीवन मुक्ति। कि जो कुछ परमात्मा करता है वही जीवन का ढंग, जो वरताए साई जुगत नानक ओ पुरख कही है जीवन मुक्त। गल ध्यान नाल सुनियो। उत्थे भगत जी ने एक गल कही, वो कहते हैं परमात्मा कि सारे लोग इस खिते च कहते हैं कि भगती करो परमात्मा मुक्ति देंदा है, जन्म मरण तो मुक्त हो गए। कहन लगे मरण तो बाद मुक्ति केवल आत्मा जाने ते जा तू जाने। पर जेड़े लोग अज धर्म के ठेकेदार बन के मैनू धक्के पै मारते हैं, इन्हां नूं किवें पता लगेगा कि नाम देव दी भी परमात्मा नाल बनी हुई है। देखो असीं शब्द पढ़ने हैं कि पंडिया मोको ढेड कहत है, एक गाल है उधर दी, किसी नूं अपमान जग शब्द वरतने तो उन्होंने कहते ढेड का, ये निंदन शब्द सी। ये पंडिया मोको ढेड कहता है तेरी पैज पछौंडी कोयला, मुवे खोए जो मुक्त देहोगे मुक्त ना जाने कोयला। मरण तो बाद मुक्ति दिती किन्ने जाने। मेरी एक बेनती है कि जात के आधार पर महापुरख ने अपने अंदर की वेदना प्रगट की। ये पंडिया मोको ढेड कहते हैं। कबीर साहब ने यह शब्द वरते कि मैनू ये शब्द वरत रहे हैं कि मेरी जात नूं हस दे। असी तीसरा बचन लईए भगत रविदास साहब महाराज आप ये कहोगे भी शहादत वाली गल करनी तो आप भगत बाणी शुरू कर ली। यदा एक कारण है। हुण भगत रविदास जी के 40 शब्द ने गुरु ग्रंथ साहिब, पर हाँ नामदेव कहणगे पंडिया मोको ढेड कहत है। कबीर साहब कहणगे जो तो ब्राह्मण ब्राह्मणी जाया तो आन बाट काहे नहीं आया। रविदास साहब भी गल करनगे, मेरी गल ध्यान नाल सुनियो। कबीर साहब अपने लिहाज च करनगे, पर रविदास साहब निमरता चाह के कहणगे भले लोका तू लुक के नहीं, तू चुरस्ते विच खलो के मैनू चमार कहे, पर तेनू सच दसां मेरी चमड़ी का कोई रोम ऐसा नहीं जिहदे विच मुरार दी राम दी आवाज़ ना आउंदी हो। असीं वो पवित्र शब्द पढ़ने ਉਹਦੇ ਵਿੱਚ ਉਹ ਇਹ ਵੀ ਜ਼ਿਕਰ ਕਰਦੇ ਨੇ ਕਿ ਪ੍ਰਮਾਤਮਾ ਦੇ ਨਾਮ ਨੇ ਮੇਰੇ ਤੇ ਕੀ ਬਖਸ਼ਿਸ਼ ਕੀਤੀ। ਉਹਨਾਂ ਦਾ ਸ਼ਬਦ ਆਪਾਂ ਪੜ੍ਹਦੇ ਆ ਕਿ ਨਾਗਰ ਜਨਾ ਮੇਰੀ ਜ਼ਾਤ ਬਖਿਆਤ ਚਮਾਰਨ। ਨਾਗਰ ਜਨਾ ਦਾ ਅਰਥ ਹੈ ਨਗਰ ਦੇ ਲੋਗੋ। ਨਾਗਰ ਜਨਾ ਮੇਰੀ ਜ਼ਾਤ ਬਖਿਆਤ ਚਮਾਰਨ। ਨਗਰ ਦੇ ਲੋਕੋ ਇਹ ਕਿਸੇ ਤੋਂ ਭੁੱਲਿਆ, ਇਹ ਤਾਂ ਬਖਿਆਤ ਸ਼ਰੇਆਮ ਸਭ ਨੂੰ ਪਤਾ ਹੈ ਕਿ ਮੈਂ ਜਾਤ ਕਰਕੇ ਚਮਾਰ ਹਾਂ। ਹਿਰਦੈ ਰਾਮ गोबिंद गुण सारंग, पर मेरे खिरदे विच गोबिंद दे गुणां दा समूह है, मेरे खिरदे च साई है।
नागर जना मेरी जात बख्यात चमारंग, हृदय राम गोबिंद गुण सारंग। ते नाल देखो जात दा हंकार ते नीवी जात चो के जपण दे गुण की ने, दोनों नू एक उदाहरण च दे दिता। सुरसरी सलल कृत बारनी रे, सुरसरी दा अर्थ आपां जाने गंगा, सलल दा अर्थ है लहरा, कृत दा अर्थ है बनाना, ते बारनी दा अर्थ है दारू नशा शराब। गंगा दियां लहरां विचों कोई पानी लै, ओदा दारू ओदी शराब बना ले। पर रब दे संत जन बंदगी करन वाले कदी भी ये पवित्रता दा होका दे के कोई कहे कि पी लो, ये तां गंगा दे पानी चों निकली, गंगा जल ही कहे। कहंदे रब दी बंदगी करन वाला गंगा दा भावें पानी पवित्र तुसां मन्निया, पर बंदगी करन वाला जे नशा बन जाए तो उन्होंने भ्रष्ट ही समझदा, पवित्र नहीं समझदा। हुण इहदे भाव अर्थ की ने? सुरसरी सलल कृत बारनी रे, संत जन करत नहीं पानग। इहदे भाव अर्थ की ने? गंगा उच्ची सुच्ची मन्नी गई, पर जे ਉਹਦੇ ਵਿੱਚ भी ऐब आ जाए नशे ਦਾ ਤੇ उस पानी ਨੂੰ भी स्वीकार नहीं किया। ਮੰਨਿਆ तू विद्वान कह तेरे कोल गुण बड़े ने, पर जे तेनों अपनी विद्वता ते अपनी जात ਦਾ ਹੰਕਾਰ आ जाए ਤੇ तेरी भी हालत ਹੋਵੇ जिवें गंगा ਦੇ पानी ਦਾ शराब बन ਜਾਂਦਾ है। ਇਹ प्रमाण ਇੱਥੇ ਟੁਕਾਇਆ कि सुरसरी सलल कृत बारनी रे, संत जन करत नहीं पान। सुरा नत अपवित्र जल रे, शराब ਅਤੇ अपवित्र पानी, मैला पानी, गंदला पानी। सुरा नत अपवित्र जल रे, सुरसरी मिलत न होए आनंद। पर जे ओ पानी ते नशा उस गंगा दे पानी विच मिल जाए ते कहंदे नशा नशा नहीं रहिंदा ते मैला पानी मैला नहीं रहिंदा। इहदा मतलब की है? पहला सी कि जात दा, जन्म दा ते हुनर दा ते विद्या दा हंकार इस तरह जिवें गंगा दा पानी नशा बन गया। ते दूजा ये सी कि मैनू तू भावें माड़ा कहना, नीच कहना, पर भलिया मैला पानी गंगा दे निर्मल जल च मिले, वो गंगा दा रूप हो जाता है। भावें चमड़े दा काम मैं करना, पर रब नू मिल के सच एवे साडे वर्गे पतत भी ओदे चरना भी जुड़ के पवित्र हो गए। हालांकि भगत साहब ने अपने निजी तजर्बे 40 शब्दां दिते, जिवें असीं पढ़ने आ, तुम चंदन हम इरंड बापड़े, संग तुम्हारे बासा, नीच रूख ते ऊंच पए हैं, गंध सुगंध निवासा। अपने लिए वरत्या नीच रूख ते ऊंच पए हैं। अगली बेनती ध्यान नाल सुनियो। अगला प्रमाण है कि ताड़ी दा रुख बिहार च बहुत हुंदा, यूपी च बहुत है। इस ताड़ी दे रुख नूं तोड़ के विड्डा जा बनाया जाता है, कट के ओदी छिल्लड़ नूं, तने नूं रस्सी लैके ओदे नाल मिट्टी दा भांडा लटका दिंदे। इस ढंग नाल बन्नदे ने कि उस ताड़ी दे रुख विच जिहड़ा कट्टिया होया हिस्सा है लकड़ दा, ਉਹਦੇ ਵਿੱਚੋਂ पानी ਦੀਆਂ बूंदां ਉਹਦਾ रस डिगदा है, ਤੇ ਉਹ रस ਜਿਹੜਾ ਉਹ शराब ਦੀ ਤਰ੍ਹਾਂ नशा ਹੁੰਦਾ है। पर ਇਹਨਾਂ ਦਾ शास्त्र ਕਹਿੰਦਾ है कि ताड़ी ਦਾ रुख अपवित्र है, क्योंकि ਉਹਦੇ ਵਿੱਚੋਂ नशा निकलदा है। पर गुरमुखो, भगत जी ने कहा ताड़ी ਦਾ रुख है ਤਾਂ अपवित्र तेरे मुताबक, जिन्नी देर तक नशा उन्नी देर तक अपवित्र। जे ताड़ी दे रुख दा कागज बन जाए तो ओदे कागज ऊपर गोबिंद का नाम, प्रभु का नाम लिखिए, उस ताड़ी दे रुख दे बने हुए कागज नूं भी लोग मत्थे टेकन लग पैंदे। बेनती सुनियो, कहंदे ने इसे तरह रविदास दे हिरदे च प्रभु का नाम लिखिया गया। असी पढ़ने तरतार अपवित्र कर मानिए रे, ताड़ी दा रुख अपवित्र मने, जैसे कागरा करत विचारन, भगत भगौत लिखिए तैं ऊपर पूजिए कर नमस्कार। ਉਹਨੂੰ ਮੱਥਾ ਟੇਕਿਆ ਜਾਂਦਾ। ਅੱਗੇ ਫਿਰ ਆਪਣਾ ਤਜਰਬਾ ਦਿੰਦੇ, ਮੇਰੀ ਜਾਤ ਕੁੱਟ ਵੰਡ ਲਾ, ਮੇਰੀ ਜਾਤ ਕਹਿ ਮਰੇ ਪਸ਼ੂ ਕੱਟਣਾ ਚਮੜਾ ਤੇ ਚਮੜੇ ਨੂੰ ਸੁਕਾ ਕੇ ਕੁੱਟਣਾ। ਮੇਰੀ ਜਾਤ ਕੁੱਟ ਵੰਡ ਲਾ, ਢੋਰ ਢਵੰਤਾ ਨਿਤੈ ਬਨਾਰਸੀ ਆਸ ਪਾਸਾ। ਅਜੇ ਵੀ ਮੇਰੀ ਬਰਾਦਰੀ ਦੇ ਲੋਕ ਬਨਾਰਸ ਦੇ ਨੇੜੇ ਤੋਂ ਢੋਰ ਢਾਉਂਦੇ ਨੇ, ਬਨਾਰਸੀ ਆਸ ਪਾਸਾ। ਅਬ ਵਿਪਰ ਪ੍ਰਧਾਨ ਤੈਂ ਕਰੈਂ ਡੰਡੋਤ, तेरे नाम शरणाए रविदास दासा। हुण प्रधान पंडित रविदास कहते ने मत्था टेकते ने, पर मेरा काम तो है मेरी जात कुट बांध ला। अब विपर प्रधान तय करे डंडौत, तेरे नाम शरणाए रविदास दासा। मेरी बेनती ध्यान नाल सुनियो, मैं 3 प्रमाण सिर बसी ले, कबीर साहब जी का, रविदास साहब जी का, ते उस तो बाद भगत नामदेव जी का। ये क्यों ले? एक होर बेनती करते हैं,
ਭਗਤ ਸਾਹਿਬ ਨੂੰ ਜੋ ਰੂਹਾਨੀਅਤ ਦੀ ਬਖਸ਼ਿਸ਼ ਹੋਈ, ਉਹਨਾਂ ਨੇ ਆਪਣੀ ਰਸਨਾ ਤੋਂ ਬਚਨ ਕਹੇ ਕਿ ਐਸੀ ਲਾਲ ਤੁਝ ਬਿਨ ਕੌਣ ਕਰੇ, ਗਰੀਬ ਨਿਵਾਜ ਗੁਸਈਆ ਮੇਰਾ ਮੱਥ ਹੈ ਛਤਰ ਧਰੈ, ਜਾਂ ਕੀ ਛੋਤ ਜਗਤ ਕੋ ਲਾਗੈ ਤਾਂ ਪਰ ਤੂੰ ਹੀ ਧਰੈ, ਨੀਚੈ ਊਚ ਕਰੈ ਮੇਰਾ ਗੋਬਿੰਦ ਕਾਹੂ ਤੇ ਨਾ ਡਰੈ, ਨਾਮ ਦਿਓ ਕਬੀਰ ਤਰਲੋਚਨ ਸਦਨਾ ਸੈਨ ਤਰੈ, ਕਹਿ ਰਵਿਦਾਸ ਸੁਨੋ ਰੇ ਸੰਤੋ ਹਰ ਜੀਓ ਤੇ ਸਭੈ ਸਰੈ। ਇਹਦਾ ਮਤਲਬ ਜੋ ਸਨਮਾਨ ਮਿਲਿਆ ਉਹਦਾ ਸ਼ੁਕਰਾਨਾ। ਇਹ ਮੈਂ ਇੱਕ ਬੇਨਤੀ ਕਰਨ ਲੱਗਾ, ਇਹਨੂੰ ਵਿਤਕਰੇ ਚ ਨਾ ਲਿਜਾਇਓ। ਮੈਂ ਹੱਥ ਜੋੜ ਕੇ ਕਹਾਂਗਾ, ਕੀ ਕਾਰਨ ਹੈ ਸ਼ਹਾਦਤ ਦਾ? ਪੰਡਿਤ ਨੂੰ ਮੁਲਾਣੇ ਨੂੰ ਕਿਉਂ ਨਹੀਂ ਪਾਉਂਦਾ ਪਿਆ ਗੁਰੂ ਨਾਨਕ ਸਾਹਿਬ ਦਾ ਸਿਧਾਂਤ? ਕਬੀਰ ਸਾਹਿਬ ਨੇ ਕਿਹਾ ਕਿ ਮੇਰੀ ਜਾਤ ਨੂੰ ਹੱਸਦੇ ਨੇ, ਪਰ ਮੈਨੂੰ ਬਖਸ਼ ਦਿਓ, ਸਾਹਿਤ ਪੜ੍ਹਦੇ ਤੁਸੀਂ ਵਿਦਵਾਨ ਬੈਠੇ ਹੋ, ਕਿਸੇ ਬ੍ਰਾਹਮਣ ਨੇ ਕਿਹਾ ਕਿ ਮੈਂ ਤੇਰਾ ਸਾਥ ਦਿਆਂਗਾ, ਲੋਕ ਤੇਰੇ ਨਾਲ ਹੱਸਦੇ ਨੇ, ਪਰ ਤੇਰੇ ਸ਼ਬਦ ਦਾ ਪਰਚਮ ਮੈਂ ਸਾਰੀ ਦੁਨੀਆ ਤੇ ਚੁਲਾਵਾਂਗਾ। ਕਬੀਰ ਸਾਹਿਬ ਨੇ ਕਿਹਾ ਕਿ ਮੈਂ ਪਾ ਲਿਆ, ਮੈਂ ਜਪ ਲਿਆ, ਪਰ ਕਿਸੇ ਦੂਜੇ ਨੇ ਨਾਲ ਖਲੋ ਕੇ ਲਹਿਰ ਤਾਂ ਨਹੀਂ ਨਾ ਬਣਾਈ। ਧਿਆਨ ਨਾਲ ਸੁਣਿਓ। ਰਵਿਦਾਸ ਸਾਹਿਬ ਨੇ ਕਿਹਾ ਕਿ ਮੈਂ ਜਾਤ ਕੁੱਟ ਵੰਡ ਲਾ, ਮੈਂ ਚਮੜਾ ਗੰਢਦਿਆਂ ਸਾਈਂ ਤੱਕ ਪਹੁੰਚ ਗਿਆ, ਪਰ ਕਿਸੇ ਨੇ ਦੂਜੇ ਨੇ ਖਲੋ ਕੇ ਨਾਲ ਇਹ ਤਾਂ ਨਾ ਕਿਹਾ ਕਿ ਤੁਹਾਡਾ ਬਚਨ ਰੱਬੀ ਅਸੀਂ ਮੰਨਾਂਗੇ ਤੇ ਇਹਦੀ ਇੱਕ ਲਹਿਰ ਬਣਾ ਦਿੰਦੇ ਆ। ਨਹੀਂ, ਉਹਨਾਂ ਕਿਹਾ ਠੀਕ ਰਵਿਦਾਸ ਕਹਿ ਰਿਹਾ, ਆਪਣੇ ਘਰ ਕਹਿ ਰਿਹਾ, ਨਾਮਦੇਵ ਕਹਿ ਰਹੇ ਨੇ ਮੰਦਿਰ ਦੇ ਘੁੰਮਣ ਦੀ ਗੱਲ, ਪਰ ਠੀਕ ਹੈ ਹੋ ਗਿਆ। ਪਰ ਦੇਖਿਓ, ਮੇਰੀ ਬੇਨਤੀ ਹੈ ਕਿ ਹਿੰਦੁਸਤਾਨ ਦੀ ਹਿਸਟਰੀ ਵਿੱਚ ਪਹਿਲੀ ਵਾਰ ਇਹ ਕ੍ਰਾਂਤੀ ਆਈ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਜਿਹੜੇ ਭਗਤ ਭਾਵੇਂ ਵਰਨ ਵੰਡ ਮੁਤਾਬਕ ਅਖੌਤੀ ਜਾਤ ਵਿੱਚ ਹੋਏ, ਉਹਨਾਂ ਦੀ ਸਿਫਤ ਵਿੱਚ ਆਪਣੀ ਬਾਣੀ ਵੀ ਸ਼ਬਦ ਦਰਜ ਕੀਤੇ, ਇੱਕ ਲਹਿਰ ਬਣਾ ਦਿੱਤੀ। ਆਓ ਦੋ ਚਾਰ ਅਸੀਂ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚੋਂ ਗੁਰੂ ਜੋਤ ਦੇ ਲੈ ਲਈ। ਗੁਰੂ ਨਾਨਕ ਸਾਹਿਬ ਦਾ ਇੱਕ ਅੰਮ੍ਰਿਤ ਬਚਨ, ਇੱਕ ਤਾਂ ਅਸੀਂ ਪੜ੍ਹਦੇ ਹਾਂ, ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ। ਕਿਤੇ ਹਿੰਦੁਸਤਾਨ ਦੇ ਵੇਦ ਵਿੱਚ ਇਹ ਮਿਲੇਗਾ, ਉਪਨਿਸ਼ਦ ਵਿੱਚ ਮਿਲੇਗਾ, ਕਿ 6 ਸ਼ਾਸਤਰਾਂ ਤੋਂ ਕਿਤੇ ਝਲਕ ਮਿਲੇਗੀ? ਗੁਰੂ ਗ੍ਰੰਥ ਸਾਹਿਬ ਚੋਂ ਝਲਕ ਮਿਲੀ, ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੈ ਸੰਗ ਸਾਥ ਵੱਡਿਆਂ ਸਿਓ ਕਿਆ ਰੀਸ, ਜਿੱਥੈ ਨੀਚ ਸੰਭਾਲੀਆਂ ਤਿੱਥੈ ਨਦਰ ਤੇਰੀ ਬਖਸ਼ਿਸ਼। ਬੜੀ ਵੱਡੀ ਗੱਲ ਹੈ। ਠੀਕ ਹੈ, ਮਹਾਤਮਾ ਗਾਂਧੀ ਵੋਟ ਦੀ ਰਾਜਨੀਤੀ ਕਿ ਮੁਲਕ ਬਚ ਜਾਏ ਕਿਸੇ ਤਰੀਕੇ ਨਾਲ, ਉਹਨੇ ਹਰੀਜਨ ਸ਼ਬਦ ਕਹੇ। ਇਹ ਵੀ ਕਿਹਾ ਕਿ ਜਿਸ ਦਿਨ ਮੁਲਕ ਆਜ਼ਾਦ ਹੋਵੇਗਾ ਉਹਦਾ ਪਹਿਲਾ ਰਾਸ਼ਟਰਪਤੀ ਇੱਕ ਸ਼ੂਦਰ ਹਰੀਜਨ ਹੋਵੇਗਾ, ਉਹ ਵੀ ਔਰਤ ਹੋਵੇਗੀ, ਪਰ ਕੁਝ ਵੀ ਨਾ ਹੋਇਆ। ਮੇਰੀ ਬੇਨਤੀ ਹੈ, ਗੁਰੂ ਸਾਹਿਬ ਨੇ ਜੋ ਕਿਹਾ, ਉਹਨਾਂ ਬਾਣੀ 'ਚ ਕਿਹਾ ਵੀ ਜਿਨ੍ਹਾਂ ਨੂੰ ਤੁਸੀਂ ਨੀਚ ਕਹਿ ਰਹੇ ਹੋ ਉਹਨਾਂ ਉੱਤੇ ਰੱਬ ਤਰਸ ਕਰਦਾ ਹੈ। ਇਸ ਤੋਂ ਅਗਲੀ ਇੱਕ ਮੈਂ 2-3 ਹੋਰ ਬੇਨਤੀਆਂ ਕਰਨੀਆਂ ਨੇ। ਇੱਕ ਗੁਰੂ ਨਾਨਕ ਸਾਹਿਬ ਦੇ ਪਵਿੱਤਰ ਸ਼ਬਦ ਦੀ ਤੁਕ ਹੈ। ਮਹਾਰਾਜ ਕਹਿੰਦੇ ਜਿਹੜਾ ਬੰਦਾ ਅਮੀਰ ਦੇ ਘਰ ਪੈਦਾ ਹੋ ਜਾਏ ਤੇ ਕੁੱਲ ਦੇ ਲਿਹਾਜ਼ ਨਾਲ ਵੀ ਉਹਦੀ ਚੰਗਾ ਆਦਰ ਮਾਣ ਹੋਵੇ, ਸਮਾਜ ਜਾਤ ਦੇ ਆਧਾਰ ਤੇ, ਕੁੱਲ ਦੇ ਆਧਾਰ ਤੇ ਲੋਕ ਉਹਨੂੰ ਸਨਮਾਨ ਦੇਣ, ਪੈਸੇ ਕਰਕੇ ਵੀ ਸਨਮਾਨ ਦੇਣ, ਪਰ ਮਹਾਰਾਜ ਕਹਿੰਦੇ ਨੇ ਕਿ ਉਹ ਬਹੁਤ ਚੰਗਾ ਜੇ ਰੱਬ ਦੀ ਭਗਤੀ ਕਰੇ। ਕੀ ਉਹਦੇ ਕਹਿਣੇ? ਇਸ ਹੰਕਾਰ ਤੋਂ ਬਚ ਗਿਆ, ਜਾਤ ਦੇ ਕੁੱਲ ਤੋਂ। ਪਰ ਮਹਾਰਾਜ ਕਹਿੰਦੇ ਜਿਹੜਾ ਹੋਵੇ ਵੀ ਨੀਵੀਂ ਜ਼ਾਤ 'ਚ ਪੈਦਾ ਹੋਇਆ, ਉੱਚੀ ਜ਼ਾਤ ਵਾਲਾ ਉਹਦੇ ਤੋਂ ਕਰੇ ਵੀ ਨਫ਼ਰਤ, ਤੇ ਜੇ ਉਹ ਸਾਰੇ ਧੱਕੇ ਸਹਿ ਕੇ ਵੀ ਰੱਬ ਦਾ ਪੱਲਾ ਨਾ ਛੱਡੇ, ਉਹਦਾ ਕਹਿਣਾ ਕੀ? ਕਹਿਣ ਲੱਗੇ ਭਾਈ ਉਹਦੇ ਚਰਨਾਂ ਦਾ ਜੋੜਾ ਤੇ ਮੇਰੇ ਸਰੀਰ ਦੀ ਚਮੜੀ ਲੈ ਲਓ। ਹੁਣ ਕਿੱਡਾ ਵੱਡਾ ਇਹ ਸਨਮਾਨ ਹੈ। ਕੀ ਇੱਕ ਬ੍ਰਾਹਮਣ ਬਰਦਾਸ਼ਤ ਕਰੇਗਾ ਕਿ ਜਿਹਨੂੰ ਸ਼ੂਦਰ ਕਿਹਾ ਜਾਂਦਾ ਉਹਨੂੰ ਬਾਬੇ ਨਾਨਕ ਦੀ ਬਾਣੀ ਇਹਨਾਂ ਉੱਚਾ ਮਾਣ ਦੇਵੇ? ਪਿਆਰਿਓ, ਚੰਦੂ ਦਾ ਰਿਸ਼ਤਾ ਇੱਕ ਕਾਰਨ ਹੈ ਲੜੀ ਵਿੱਚ, ਪਰ ਇਹਦੀ ਡੂੰਘਾਈ 'ਚ ਜਾਓ, ਸ਼ਹਾਦਤ ਦੇ ਕਾਰਨ ਹੋਰ ਬਹੁਤ ਨੇ। ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਨੇ, ਜ਼ਾਤ ਕੁਲੀਨ ਸੇਵਕ ਜੇ ਹੋਏ ਤਾਂ ਕਾ ਕਹਿਣਾ ਕਹੋ ਨਾ ਕੋਈ। ਗੁਰੂ ਨਾਨਕ ਸਾਹਿਬ, ਉੱਚੀ ਜ਼ਾਤ ਵਿੱਚ ਤੇਰਾ ਸੇਵਕ ਬਣੇ, ਕੀ ਕਹਿਣਾ ਉਹਦਾ? ਪਰ ਵਿੱਚ ਸਨਾਤੀ ਸੇਵਕ ਹੋਏ, ਨਾਨਕ ਪਨੀਆਂ ਪਹਿਰੇ ਸੋਏ। ਜਿਹੜਾ ਨੀਵੀਂ ਜ਼ਾਤ 'ਚ ਹੋ ਕੇ ਤੇਰੀ ਬੰਦਗੀ ਕਰਦਾ ਹੈ, ਪਨੀਆਂ ਦਾ ਅਰਥ ਹੈ ਉਹਦੇ ਚਰਨਾਂ ਦਾ ਜੋੜਾ ਤੇ ਸਾਡੀ ਚਮੜੀ ਲੈ ਲਓ। ਇੱਕ ਗੁਰੂ ਨਾਨਕ ਸਾਹਿਬ ਦਾ ਸ਼ਬਦ ਮੈਂ ਹੋਰ ਬੇਨਤੀ ਕਰਾਂਗਾ। ਮੈਂ ਇਹ ਅਰਜ਼ ਕਰ ਲੱਗਾ, ਪੰਡਿਤ ਨੂੰ ਕਿਉਂ ਨਹੀਂ ਗੁਰੂ ਗ੍ਰੰਥ ਸਾਹਿਬ ਚੰਗਾ ਲੱਗਦਾ ਪਿਆ? ਹਾਲਾਂਕਿ ਰਾਮਾਨੰਦ ਜੀ ਦੇ, ਪਰਮਾਨੰਦ ਜੀ ਦੇ, ਸੂਰਦਾਸ ਦੇ ਅੰਮ੍ਰਿਤ ਬੋਲ ਨੇ ਗੁਰੂ ਗ੍ਰੰਥ ਸਾਹਿਬ ਅੰਦਰ, ਜੈਵ ਦੇਵ ਜੀ ਦੇ ਬਚਨ, ਭਗਤ ਬੇਣੀ ਜੀ ਦੇ ਅੰਮ੍ਰਿਤ ਬੋਲ ਨੇ, ਪਰ ਉਹਨੂੰ ਭਾਰਿਆ ਹੈ ਕਿ ਜਿਹੜਾ ਇਹ ਗ੍ਰੰਥ ਤਿਆਰ ਹੋ ਗਿਆ, ਜਿਹਦਾ ਅੱਜ ਪ੍ਰਕਾਸ਼ ਹੋ ਗਿਆ ਹੈ, ਆਉਣ ਵਾਲੇ ਸਮੇਂ ਵਿੱਚ ਜਿਹੜਾ ਮੈਂ ਦਾਵਾ ਕਰੀ ਬੈਠਾ,
इस ग्रंथ विच लिखे हुए शब्द ने मेरे इसे सारे दावियां नूं तणी तणी करके तीला तीला करके उड़ा देना है। गुरु नानक साहब का एक शब्द ਉਹਦੇ ਵਿੱਚੋਂ मैं 2 ਉਦਾਹਰਨਾਂ ਦਿਆਂਗਾ, ਅਖੀਰ ਵਾਲੀਆਂ ਤੁਕਾਂ ਆਪ ਟਿਕਾ ਬਣਾ ਕੇ ਰੱਖਿਓ। ਉਹਦੇ ਵਿੱਚ ਗੁਰੂ ਸਾਹਿਬ ਦਾ ਇੱਕ ਅੰਮ੍ਰਿਤ ਬਚਨ ਹੈ। ਹਜ਼ੂਰ ਕਹਿੰਦੇ ਨੇ ਸੁੱਚ ਪਿੱਟ ਬਣਾ ਦਿੱਤੀ ਕਿ ਜੇ ਇਸ ਚੀਜ਼ ਨੂੰ ਹੱਥ ਲੱਗ ਗਿਆ ਇਹ ਪਿੱਟ ਗਈ, ਇਹ ਤਾਂ ਹੁਣ ਗਈ ਕੰਮ ਤੋਂ। ਪਰ ਮਹਾਰਾਜ ਕਹਿੰਦੇ ਚਲਾਕੀ ਇੰਨੀ ਵਰਤੀ, ਜਿਹੜੀਆਂ ਚੀਜ਼ਾਂ ਬੇਸ਼ਕੀਮਤੀ ਸਨ ਉਹਨੂੰ ਭਾਵੇਂ ਸ਼ੂਦਰ ਵੀ ਘਰ ਰੱਖੇ ਉਹ ਤਾਂ ਵੀ ਸੁੱਚੀਆਂ, ਤੇ ਜਿਹੜੀਆਂ ਨਗੁਣੀਆਂ ਸਨ ਉਹਨਾਂ ਦੀ ਸੁੱਚ ਪਿੱਟ ਬਣਾਤੀ। ਨਹੀਂ ਨਹੀਂ, ਮੈਂ ਨਹੀਂ ਇਹਨੂੰ ਸਵੀਕਾਰ ਕਰਦਾ। ਮਹਾਰਾਜ ਜੀ ਨੇ 5-4 ਉਦਾਹਰਨਾਂ ਦਿੱਤੀਆਂ ਨੇ। ਕੇਸਰ ਕੁਸਮ ਮਿਰਗਮੈ ਖਰਨਾ ਸਰਬ ਸ਼ਰੀਰੀ ਚੜਨਾ। ਕੇਸਰ ਆਪਾਂ ਸ਼ਬਦ ਬੜੇ ਸੌਖੇ ਨੇ। ਮਿਰਗਮੈ ਦਾ ਅਰਥ ਹੈ ਮਿਰਗ ਦੀ ਨਾਭੀ ਚੋਂ ਨਿਕਲੀ ਕਸਤੂਰੀ, ਉਹਦੀ ਮੱਧ। ਕੇਸਰ ਕੁਸਮ, ਕੁਸਮ ਦਾ ਅਰਥ ਫੁੱਲ। ਮਿਰਗਮੈ ਖਰਨਾ, ਕੁਛ ਵਿਦਵਾਨ ਸੱਜਣਾ ਨੇ ਖਰਨਾ ਦਾ ਅਰਥ ਹਰਨੀ ਸੋਨਾ ਕੀਤਾ ਹੈ। ਕੇਸਰ ਫੁੱਲ, ਮਿਰਗ ਦੀ ਨਾਭੀ ਚੋਂ ਨਿਕਲੀ ਉਹਦੀ ਕਸਤੂਰੀ ਤੇ ਸੋਨਾ। ਇਹਦੀ ਕਦੀ ਸੁੱਚ ਪਿੱਟ ਕਿਸੇ ਦੇਖੀ? ਕਸਤੂਰੀ ਕਿਤੋਂ ਵੀ ਕੋਈ ਲੈ ਕੇ ਆਵੇ। ਕਦੀ ਕਿਸੇ ਨੇ ਪੁੱਛਿਆ ਕਿ ਜਿਸ ਹਰਨ ਨੂੰ ਕਸਤੂਰੇ ਹਰਨ ਨੂੰ ਕੱਟਿਆ ਗਿਆ, ਮਾਰਿਆ ਗਿਆ, ਉਹਨੂੰ ਮਾਰਨ ਵਾਲਾ ਤੇ ਵੱਢਣ ਵਾਲਾ ਕੌਣ ਸੀ? ਕਿੰਨੇ ਨਾਪਾ ਇਹਦਾ ਵਿੱਚੋਂ ਹੱਥ ਪਾ ਕੇ ਕੱਢਿਆ? ਉਹ ਕਹਿੰਦੇ ਨੇ ਛੱਡੋ, ਇਸ ਵੱਲ ਧਿਆਨ ਨਾ ਦਿਓ ਕਿੰਨੇ ਮਾਰਿਆ ਕਿੰਨੇ ਚੀਰਿਆ, ਪਰ ਚੇਤੇ ਰੱਖਿਓ ਇਹ ਬੜਾ ਪਵਿੱਤਰ ਜੇ। ਕੀਮਤੀ ਸੀ, ਲੱਭਦਾ ਨਹੀਂ ਛੇਤੀ, ਉਹ ਕੀਮਤੀ ਹੋ ਗਿਆ। ਹੁਣ ਫੁੱਲ ਹੈ, ਖਿੜੇ ਕੋਈ ਫੁੱਲ ਤੋੜ ਕੇ ਮਾਲਣ ਲਿਆਈ, ਮੂਰਤੀ ਦੇ ਭੇਟ ਕਰ ਦਿੱਤੇ, ਪਰ ਕਹਿ ਦਿੱਤਾ ਇਹਦੀ ਸੁੱਚ ਪਿੱਟ ਕੋਈ ਨਹੀਂ, ਨਾ ਮਾਲਣ ਦੀ ਜਾਤ ਪੁੱਛੋ ਕਿਉਂਕਿ ਫੁੱਲ ਕਦੀ ਪਿੱਟਦਾ ਹੀ ਨਹੀਂ। ਮਹਾਰਾਜ ਕਹਿੰਦੇ ਫੁੱਲ ਵੀ ਸੁੱਚ ਨਹੀਂ ਪਿੱਟਣੀ, ਕਸਤੂਰੀ ਦੀ ਸੁੱਚ ਪਿੱਟ ਨਹੀਂ। ਅਗਲਾ ਬਚਨ ਕੇਸਰ ਦੀ ਕੋਈ ਸੁੱਚ ਪਿੱਟ ਨਹੀਂ। ਹੁਣ ਸੋਨਾ ਮੰਨ ਲਓ ਕੋਈ ਸ਼ੂਦਰ ਆ ਕੇ ਦਾਨ ਕਰਦਾ, ਆ ਸਾਡੇ 'ਚ ਵੀ ਇਹ ਕੰਮ ਬੜਾ ਪ੍ਰਚਲਿਤ ਹੋ ਗਿਆ। ਪੈਸੇ ਅਸੀਂ ਸਾਰਿਆਂ ਦੇ ਲੈ ਲੈਂਦੇ ਹਾਂ, ਭੇਟਾਂ ਸਭ ਦੀ ਲੈ ਲੈਂਦੇ ਹਾਂ। ਉਂਝ ਨੇੜੇ ਬਹਿਣ ਤੋਂ ਕੰਨੀ ਕਤਰਾਨੇ ਉਹ ਪਰ ਹੋ ਜਾ ਮੇਰੇ ਨਾਲ ਨੇੜੇ ਬਈ, ਤੂੰ ਭ੍ਰਸ਼ਟਿਆ ਹੋਇਆ। ਮੈਂ ਬੇਨਤੀ ਕਰਾਂ ਇਹਨੂੰ ਧਿਆਨ ਰੱਖਿਓ। ਮਾਨਸ ਖਾਣਾ ਕਰੈ ਨਿਵਾਜ, ਛੁਰੀ ਵਗਾਇਨ 3 ਗਰ ਤਾਗ। ਅਸੀਂ ਪੜ੍ਹਦੇ ਹਾਂ ਸਤਿਗੁਰੂ ਦੇ ਬਚਨ, 3 ਕਰ ਬ੍ਰਾਹਮਣ ਪੂਰਾ ਨਾਦ, ਉਹਨਾਂ ਪਿਆਵੇ ਉਹੀ ਸਾਧ ਸਵਾਦ ਕਿੱਥੋਂ ਚੱਲਦਾ ਪਿਆ। ਪੈਸਾ ਹੱਥ ਦਾ ਸਵੀਕਾਰ ਹੈ, ਹੱਥ ਮਿਲਾਣਾ ਸਵੀਕਾਰ ਨਹੀਂ। ਮੈਨੂੰ ਬਖਸ਼ ਦਿਓ, ਮੈਂ ਕਿਸੇ ਤਰਕ ਨਹੀਂ। ਡਾਲਰ ਦੇ ਦੇਵੇ ਤੇ ਪ੍ਰਵਾਨ, ਤੇ ਜੇ ਨੇੜੇ ਲੱਗੇ ਚੱਲ ਦੂਰ। ਅਗਰਾਈ ਦੇ ਦੇ ਤੇ ਪ੍ਰਵਾਨ, ਜੇ ਉਂਝ ਨੇੜੇ ਲੱਗੇ। ਬਾਬਾ ਜੀ ਨੇ ਕਿਹਾ ਉਹ ਭਲੇ ਮਾਨਸਾ ਕਿ ਤੈਨੂੰ ਆ ਕੇ ਸੋਨਾ ਕੋਈ ਭੇਟ ਕਰੇ ਤੇ ਮੰਨ ਲਿਓ ਕਿਹਾ ਜਾਏ ਇਹ ਸ਼ੂਦਰ ਦੀ ਔਰਤ ਦੇ ਹੱਥ ਦੀ ਚੂੜੀ ਗਏ, ਉਹ ਕਹਿੰਦਾ ਛੱਡ ਪਰਾਂ, ਸੋਨੇ ਦੀ ਕਦੀ ਸੁੱਚ ਭੇਟ ਨਹੀਂ ਹੁੰਦੀ ਕਿਉਂਕਿ ਉਹ ਕੀਮਤੀ ਹੈ। ਵੇਖੋ ਮਹਾਰਾਜ ਬਾਤ ਦਲੀਲ ਗੱਲ ਕਹਿ ਰਹੇ ਨੇ ਕਿ ਕੇਸਰ ਕੁਸਮ ਮਿਰਗ ਮੈਂ ਖਰਨਾ ਸਰਬ ਸਰੀਰੀ ਚੜਨਾ, ਸਾਰਿਆਂ ਦੇ ਤਨ ਤੇ ਚੜਦੇ। ਚੰਦਨ ਭਗਤਾਂ ਜੋਤ ਅਨੇਕੀ, ਇੱਕ ਚੰਦਨ ਤੇ ਦੂਜੀ ਰੱਬ ਦੀ ਭਗਤੀ ਕਰਨ ਵਾਲੇ ਭਗਤ। ਚੰਦਨ ਭਗਤਾਂ ਜੋਤ ਅਨੇਕੀ ਸਰਬੇ ਪਰਮਲ ਕਰਨਾ, ਸਭ ਨੂੰ ਸੁਗੰਧੀ ਦਿੰਦੇ ਨੇ। ਘੇ ਪੱਟ, ਘੇ ਦਾ ਅਰਥ ਘਿਓ, ਪੱਟ ਦਾ ਅਰਥ ਰੇਸ਼ਮ। ਘੇ ਪੱਟ ਭਾਂਡਾ, ਇਹ ਭਾਂਡਾ ਜਿਹੜਾ ਸ਼ਬਦ ਹੈ ਨਾ, ਅੱਜ ਅਸੀਂ ਘਿਓ ਲੈਂਦੇ ਹਾਂ। ਵੇਖੋ ਉਹਨੂੰ ਪੈਕਿੰਗ ਦੇ ਜਾਂ ਭਰਨ ਦੇ ਤਰੀਕੇ ਵੱਖਰੇ। ਕਿਤੇ ਹੁਣ ਅਸੀਂ ਦੇਖਦੇ ਹਾਂ ਲੋਹੇ ਦੇ ਜਾਂ ਕਾਗਜ਼ ਦੇ, ਪਲਾਸਟਿਕ ਦੇ ਲਿਫਾਫੇ ਬਣਾ ਕੇ ਵਿੱਚ ਪਾਇਆ ਜਾਂਦਾ, ਡੱਬੇ ਬਣਾ ਕੇ ਪਾਉਂਦੇ। ਪਰ ਪੁਰਾਤਨ ਸਮੇਂ ਪਸ਼ੂ ਦੇ ਕੱਚੇ ਚਮੜੇ ਦੇ ਬਣਦੇ ਸਨ ਕੁੱਪੇ, ਉਹਨਾਂ ਕੁੱਪਿਆਂ ਵਿੱਚ ਘਿਓ ਪਾਉਂਦੇ ਸਨ। ਮਹਾਰਾਜ ਜੀ ਨੇ ਕਿਹਾ ਆ ਘਿਓ ਆ ਗਿਆ ਮੰਦਰ 'ਚ, ਇਹ ਤੈਨੂੰ ਪਤਾ ਹੈ ਕਿ ਇਹ ਕੱਚੇ ਚਮੜੇ ਦੇ ਕੁੱਪੇ 'ਚੋਂ ਆਇਆ? ਉਹ ਕਹਿੰਦਾ ਨਹੀਂ ਨਹੀਂ, ਆਇਆ ਤਾਂ ਕਿ ਹੋਇਆ ਪਵਿੱਤਰ ਹੀ ਹੁੰਦਾ ਹੈ। ਮਹਾਰਾਜ ਕਹਿੰਦੇ ਰੇਸ਼ਮ ਤੂੰ ਕੱਪੜੇ ਨੂੰ ਇੰਨਾ ਪਿਆਰ ਕਰਨਾ, ਤੈਨੂੰ ਪਤਾ ਹੈ ਰੇਸ਼ਮ ਕਿਵੇਂ ਬਣਿਆ? ਇਹ ਕਪਾਹ ਦੀ ਤਰ੍ਹਾਂ ਤੇ ਨਹੀਂ ਬਣਿਆ, ਰੇਸ਼ਮ ਵੀ ਤਾਂ ਕੀੜੇ ਵਿੱਚੋਂ ਨਿਕਲਿਆ। ਉਹ ਕਹਿੰਦਾ ਤਾਂ ਕੀ ਹੋਇਆ? ਕੀੜੇ ਵਿੱਚੋਂ ਨਿਕਲਿਆ, ਪਵਿੱਤਰ ਦਾ ਪਵਿੱਤਰ ਹੈ। ਦੇਖੋ ਮੇਰੀ ਬੇਨਤੀ ਹੈ, ਗੁਰੂ ਸਾਹਿਬ ਨੇ ਬਾਹ ਦਲੀਲ ਸਦੀਆਂ ਤੋਂ ਬਣੀ ਕੋਈ ਆ ਵਰਨ ਵੰਡ ਉੱਤੇ ਇੰਨੀ ਚੋਟ ਮਾਰੀ ਸ਼ਬਦ ਰਾਹੀਂ ਕਿ ਜਿਨ੍ਹਾਂ ਨੇ ਰੱਬ ਦੀ ਭਗਤੀ ਕੀਤੀ, ਗੁਰੂ ਨਾਨਕ ਸਾਹਿਬ ਦੀ ਜੋਤ ਨੇ ਉਹਨਾਂ ਦੇ ਸ਼ਬਦ ਦਾ ਪਰਚਮ ਸਾਰੀ ਦੁਨੀਆ 'ਚ ਫੈਲਾਇਆ। ਦੇਖੋ ਬੇਨਤੀ ਹੈ, ਕਾਰਨ ਸਨ, ਕਿਉਂਕਿ ਜਿਹਦਾ ਕਈ ਸਾਲਾਂ ਦਾ ਪ੍ਰਸ਼ਾਦਾ ਪਾਣੀ ਚੱਲਦਾ ਕਿਵੇਂ ਬਰਦਾਸ਼ਤ ਕਰੇਗਾ? ਸਤਿਗੁਰੂ ਦੇ ਬਚਨ ਕਿ ਕੇਸਰ ਕੁਸਮ ਮਿਰਗ ਮੈਂ ਕਰਨਾ ਸਰਬ ਸ਼ਰੀਰੀ ਚੜਨਾ,
चंदन भगतां जोत अनेकी सरबे परमल करना। के पट भांडा कहे ना कोई, ऐसा भगत वर्ण में होए। बाबा जी कहने तेरा नाम निवै रह लिवलाए, नानक दिन दर भीख्या पाए। इस तो एक शब्द असी गुरु रामदास जी का ते एक शब्द गुरु अर्जुन देव जी का लै लें। मैं आना है, मैनू दसिया गया कारण की बने शहादत दे। अज तक कला चंदू ही आप क्या, मैं क्या चंदू माफ नहीं हो सकता, बीरबल नू माफ नहीं किया जा सकता, उस तपे नू माफ नहीं किया जा सकता जिहड़ा गोइंदवाल दे लंगर दा विरोधी है। ये सारे कारण ने लड़ी जुड़दी है, कड़ी बांधी जाती है, जिन्हों सतगुरु ने बाणी विच कहा कि तपा न होवी अंदरों लोभी, नित माया नू फिरै जजमालिया। जिथे थोड़ा धन देखै तिथै तपा पिटै नहीं, धन बहुत है डिठै तपै धर्म हारिया। वो कौन सी? क्योंकि ओदी भी अपनी एक गद्दी सी। हजूर सच्चे पातशाह गुरु रामदास जी दे पवित्र बचन, गुरु अमरदास ने जदों असीं पढ़ने जात का गर्भ ना करियो कोई, एक गुरु साहब कह रहे ने गुरु अमरदास, जदों उन्हां दा श्लोक पढ़ने ब्रह्म बिंदा तिसदा ब्रह्मत रहे, एक शब्द लिवलाए नव निधि 18 सिद्धि पिछे लगियां फिरें, जो हर खिरदे सदा वसायो। ना क्या कि ब्रह्म का संबंध ब्राह्मण नाल नहीं, ब्रह्म का संबंध ओदे नाल जिहदे अंदर गुरु का शब्द वस गया। अगे गुरु रामदास जी के बचन सोई राग है। असी ये पवित्र बचन पढ़ने, नीच जात हर जपतियां, ये बड़ा वड्डी लहर है। मैं अर्ज की कबीर ने पुकारिया, भगत साहब महाराज जी ने, नामदेव जी ने क्या पंडिया मोको ढेड कैद कह, सच एवे के रविदास साहब ने क्या मेरी जात बिखात चारा चमारंग। पर उतों का कोई सुधारक अगे उठ के आया कि जेड़े गल कहते पे ने गल सुनो, किसी ने गल नहीं सुनी, पर केवल गुरु नानक साहब की जोत उन्हें कला सुनिया ही नहीं, सच एवे उन्होंने बोल लोगों तक पहुँचाए। तो गुरु रामदास जी ने नाम वरते, गुरु अमरदास जी ने नाम वरते। गुरु अमरदास जी ने तो शब्द कह दिता कि नामा छींबा कबीर जुलाहा पूरे गुरते गत पाई, ब्रह्म के बेते शब्द पछाणे खौमे जात गवाई, सुर नर तिनकी बाणी गावे कोई ना मेटे भाई। सुर नर कह दिता गुरु रामदास जी के शब्द कि नीच जात हर जपतियां उत्तम पदवी पाए, पूछो बिदर दासी सुतै किशन उतरिया घर जिस जाए। अगला वचन है, रविदास चमार उस्तत करे हर कीर्त निमक एक गाए, पतत जात उत्तम पया। मेरी बेनती समझ गए हो कि मैं जी गल कहनी चाहना, भगतां ने क्या कि जात के आधार पर धक्का कर रहे हो, पर किसी स्वर्ण जाति वाले ने ना क्या कि धक्का हो रहा है। केवल गुरु नानक साहब की जोत जिन्ना क्या, हाँ भगती करने वाला कोई भी रब तक पहुँच जाता है, इनू जात के दायरे विच मत बनो। सतगुरु ने क्या, रविदास चमार उस्तत करे हर कीर्त निमखिक गाए, पतत जात उत्तम पया चार वर्ण पे पग आए। नाम दे प्रीत लगी हर सेती, लोक छीपा कह बुलाए, खतरी ब्राह्मण पिठ दे छोड़े खर नाम देओ लिया मुख लाए। असी एक एक प्रमाण लिया चारे गुरु साहबान नाल। हुण पंजवें पातशाह वाल आओ, क्योंकि एक क्रांति सी। असी जिहड़े आ पंजां प्यारियां दी चोन दी गल करने कि महाराज जी ने 5 प्यारे, याद रखियो इहदा आधार गुरु ग्रंथ साहिब दी बाणी है। ग्रंथ विचों ही पंथ निकलदा है, ग्रंथ दे सिद्धांत विचों ही पंथ दा काफला है। जे इत्थे नामदेव जी, रविदास साहब जी महाराज, भगत जी, भगत नामदेव जी, भगत कबीर जी, भगत सदना जी, भगत सैन जी, जिन्होंने उस वक्त के लोग नफरत कर रहे सन, सतगुरु ने पहला तो उन्होंने जातां दे जिहड़े भगत सन उन्हों दे बोल रब्बी बोल दर्ज किए, ते 10वें जामे च मेरे गुरु ने प्रैक्टिकल रूप से सच एवे पंथ नूं सिरजदियां होया उन्होंने लोगों नूं अपने नाल लैके उन्होंने सीस भेंट कीते, ते गुरु ने तरस करके उन्हों की झोली विच अमृत की दात पा दी, सिंह बना दिता, खालसे बनाए। हजूर सच्चे पातशाह गुरु अर्जुन देव का एक शब्द है, राग आसा सी पढ़ने ते भगत धन्ना जी का शब्द शुरू होंदा है कि धन्ना जी की बाणी भरमत फिरत पो जन्म बिलाने, ओदी समाप्ति ते शब्द शुरू होंदा है धन्नै धन पाया धरनी तर मिल जन संत समाने। आपां कथा दी 7-8 दिन कीती से ते लगातार एक शब्द जदों ये पाया धन्नै धन पाया धरनी तर मिल जन संत समानिया। अगे है महला 5वां गुरु अर्जुन देव का शब्द। हुण देखो आ जिहड़े गुरु अर्जुन साहब बोल कह रहे हैं,
ठीक है, टीकाकार कहते ने धन्ना जी नूं सरपौ दिता, विचकार शब्द रखिया, ਉਹਦੇ ਵਿੱਚ 4 ਭਗਤਾਂ ਦਾ ਜ਼ਿਕਰ ਕੀਤਾ ਤੇ ਚਾਰੇ ਦੇ ਚਾਰੇ ਭਗਤ ਉਸ ਵਕਤ ਦੇ ਮੱਧ ਯੁੱਗ ਵਿੱਚ ਉਹਨਾਂ ਭਗਤਾਂ ਦੀ ਭਗਤੀ ਹੋਣ ਦੇ ਬਾਵਜੂਦ ਵੀ ਅਖੌਤੀ ਧਰਮ ਦੇ ਠੇਕੇਦਾਰਾਂ ਨੇ ਪ੍ਰਵਾਨ ਨਾ ਕੀਤਾ। ਅਸੇ ਹਜ਼ੂਰ ਨੂੰ ਇਹ ਚਾਰੇ ਸ਼ਬਦ ਕਹੇ ਕਿ ਗੋਬਿੰਦ 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 ਸੰਗ ਨਾਮ ਦਿਓ ਮਨ ਲੀਨਾ, ਆਠ ਦਾਮ ਕੋ ਛੀਪਰੋ ਹੋਇਓ ਲਾਖੀਣਾ। ਛੀਪਰੋ ਸ਼ਬਦ ਵਰਤਿਆ। ਹੁਣ ਇਹਦਾ ਮਤਲਬ ਇਹ ਨਹੀਂ ਕਿ ਹਜ਼ੂਰ ਉਹਦੀ ਜਾਤ ਚਿਤਾਰਨੀ ਚਾਹੁੰਦੇ ਨੇ, ਸਤਿਗੁਰੂ ਦੱਸਣਾ ਚਾਹੁੰਦੇ ਨੇ ਕਿ ਜਿਨ੍ਹਾਂ ਨੂੰ ਨੀਵੇਂ ਕਹਿੰਦੇ ਹੋ ਅੱਜ ਕਿੱਥੇ ਪਹੁੰਚ ਗਏ। ਆਠ ਦਾਮ ਕੋ ਛੀਪਰੋ ਹੋਇਓ ਲਾਖੀਣਾ, ਬੁਨਨਾ ਤੰਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ, ਨੀਚ ਕੁਲਾ ਜੋਲਾਰੋ ਭਇਓ ਗੁਣੀ ਗਖੀਰਾ। ਰਵਿਦਾਸ ਟਵੰਤਾ ਢੋਰ ਨੀਤ ਤਿਨ ਤਿਆਗੀ ਮਾਇਆ, ਪ੍ਰਗਟ ਹੋਵਾ ਸਾਧ ਸੰਗਰ ਦਰਸ਼ਨ ਪਾਇਆ। ਸੈਣ ਨਾਈ ਬੁਤਕਾਰਿਆ ਉਹ ਘਰ ਘਰ ਸੁਣਿਆ, ਹਿਰਦੈ ਵਸਿਆ ਪਾਰ ਬ੍ਰਹਮ ਭਗਤਾਂ ਮੈਂ ਗਣਿਆ। ਇਹ ਬਿਦ ਸੁਣ ਕੇ ਜਾਟ ਰੋ ਉੱਠ ਭਗਤੀ ਲਾਗਾ, ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਡਭਾਗਾ। ਚਾਰਾਂ ਭਗਤਾਂ ਦਾ ਜ਼ਿਕਰ ਹੈ ਨਾ। ਮੇਰੀ ਬੇਨਤੀ ਸੀ ਕਿ ਉੱਚੀ ਜ਼ਾਤ ਵਾਲਾ ਗੁਰੂ ਨਾਨਕ ਸਾਹਿਬ ਜੀ ਦੇ ਇਸ ਮਿਸ਼ਨ ਨੂੰ ਕਿਵੇਂ ਸਵੀਕਾਰ ਕਰੇਗਾ। ਉਹਦੇ ਵਿੱਚ ਬਿਰਬਲ ਦਾ ਡੈਪੂਟੇਸ਼ਨ ਲੈ ਕੇ ਜਾਣਾ, ਅੰਮ੍ਰਿਤਸਰ ਆ ਕੇ ਧਮਕੀ ਦੇਣ ਦੀ ਗੱਲ ਕਰਨੀ, ਇਹ ਗੱਲ ਵੱਖਰੀ ਕਿ ਗੁਰੂ ਅਰਜੁਨ ਦੇਵ ਦੀ ਸ਼ਹਾਦਤ ਤੋਂ ਪਹਿਲਾਂ ਮਹੇਸ਼ ਦਾਸ ਬਿਰਬਲ ਮਾਰਿਆ ਜਾ ਚੁੱਕਾ। ਇਸ ਤੋਂ ਅਗਲੀ ਬੇਨਤੀ ਕਰਾਂ, ਹਜ਼ੂਰ ਨੇ ਜਿਹੜੇ ਸਦੀਆਂ ਦੇ ਕਰਮਕਾਂਡ ਢੋਏ ਜਾ ਰਹੇ ਸਨ, ਸਿੱਖਾਂ ਤੋਂ ਉਹਦਾ ਖਹਿੜਾ ਛੁਡਾ ਦਿੱਤਾ। ਸੱਚ ਇਹ ਵੇ ਪਿੰਡ ਭਰਨੇ ਬੰਦ ਹੋ ਗਏ। ਇਹ ਕਿਉਂ ਸਾਰੀ ਲਾਬੀ ਬਣ ਗਈ ਗੁਰੂ ਅਰਜੁਨ ਦੇਵ ਜੀ ਦੇ ਵਿਰੋਧ ਵਿੱਚ। ਗੁਰੂ ਸਾਹਿਬ ਨੇ ਸਰਾਧ ਖੰਡਨ ਕਰ ਦਿੱਤੇ, ਸੂਤਕ ਪਾਤਕ ਦੀ ਪਰਵਾਹ ਨਾ ਕੀਤੀ। ਤੇ ਉਹ ਸਾਰੀ ਆਸਾਂ ਕੀ ਵਾਰ ਤੁਸੀਂ ਪਾਠ ਕਰਨ ਵਾਲੇ ਤੁਹਾਨੂੰ ਪਤਾ ਹੈ, ਜੇ ਮੁਹਾਕਾ ਘਰ ਮੂੰਹ ਹੈ, ਜਾਂ ਕਬੀਰ ਸਾਹਿਬ ਕਹਿੰਦੇ ਜੀਵਤ ਪਿੱਤਰ ਨਾ ਮਾਨੈ ਕੋ ਮੋਏ ਸਰਾਧ ਕਰਾਈ। ਜੇਕਰ ਸੂਤਕ ਮੰਨੀਐ ਸਭ ਤੈ ਸੂਤਕ ਹੋਏ, ਗੋਹੇ ਅਤੈ ਲੱਕੜੀ ਅੰਦਰ ਕੀੜਾ ਹੋਏ। ਜੇਤੇ ਦਾਣੇ ਅੰਨ ਕੇ ਜੀਆਂ ਬਾਜ ਨਾ ਕੋਏ। ਹੁਣ ਉਹ ਜਿਹਦੀ ਰੋਟੀ ਚੱਲਦੀ ਪਈ ਇਸ ਕਰਮਕਾਂਡ ਦੇ ਤੇ ਬਹੁਤ ਜ਼ਿਆਦਾ ਹਿੱਸਾ ਗੁਰਸਿੱਖੀ ਵੱਲ ਖਿੱਚਿਆ ਗਿਆ ਹੈ, ਉਹ ਕਰਮਕਾਂਡਾਂ ਤੋਂ ਮੁਕਤ ਹੋ ਗਿਆ ਹੈ। ਉਹ ਕਿਵੇਂ ਚਾਹੇਗਾ ਕਿ ਮੇਰੇ ਖੁੰਦਿਆਂ ਇਹ ਲਹਿਰ ਅੱਗੇ ਪ੍ਰਫੁੱਲਤ ਹੋਵੇ। ਉਹ ਪੂਰਾ ਜ਼ੋਰ ਲਾਏਗਾ ਕਿ ਇਸ ਲਹਿਰ ਨੂੰ ਚਲਾਉਣ ਵਾਲੇ ਨੂੰ ਖਤਮ ਕੀਤਾ ਜਾਏ। ਬੇਨਤੀ ਹੈ, ਹਜ਼ੂਰ ਨੇ ਜਦੋਂ ਹਰਮੰਦਰ ਸਾਹਿਬ ਮੁਕੰਮਲ ਹੁੰਦਾ, ਉਸਾਰੀ ਹੋ ਜਾਂਦੀ, ਸਾਡਾ ਇਤਿਹਾਸ ਨੇ ਇੱਕ ਘਟਨਾ ਲਿਖੀ ਹੈ ਕਿ ਪ੍ਰੋਤ ਆਉਂਦਾ ਹੈ। ਉਹ ਕਹਿੰਦਾ ਮਹਾਰਾਜ ਤੁਸੀਂ ਮਕਾਨ ਇਮਾਰਤ ਬਣਾਈ, ਪਹਿਲਾ ਥਾਲ ਮੇਰਾ ਹੈ। ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਨੇ ਤੇਰਾ ਕਿਵੇਂ? ਉਹ ਕਹਿੰਦਾ ਇਹ ਤਾਂ ਸਾਡਾ ਵੰਡ ਮੁਤਾਬਕ ਹੱਥ ਹੈ, ਸਾਡਾ ਬਣਦਾ ਥਾਲ। ਸਤਿਗੁਰੂ ਉੱਥੇ ਪਤਾ ਹੀ ਕਹਿੰਦੇ ਨੇ, ਕਹਿੰਦੇ ਤੇਰਾ ਨਹੀਂ, ਤੂੰ ਵਿਹਲਾ ਆ ਕੇ ਮੰਗਣ ਲੱਗ ਪਿਆ ਦੱਖਣਾ। ਇੱਥੇ ਦੱਖਣਾ ਨਹੀਂ, ਥਾਲ ਨਹੀਂ। ਕਹਿਣ ਲੱਗੇ ਕਿਹਨੂੰ ਦਿਓਗੇ? ਕਹਿਣ ਲੱਗੇ ਉਹਨੂੰ ਛਕਾਵਾਂਗੇ ਜਿਨ੍ਹਾਂ ਨੇ ਸਿਰ ਤੇ ਟੋਕਰੀਆਂ ਢੋਈਆਂ ਨੇ। ਮਹਾਰਾਜ ਜੀ ਬ੍ਰਾਹਮਣ ਨੂੰ ਕਿਹਾ ਹਮਰਾ ਪ੍ਰੋਤ ਭਾਈ ਬੰਨੋ, ਸਭ ਸਿੱਖ ਸੰਗਤ ਸਤ ਕਰ ਮੰਨੋ। ਹੁਣ ਜਿਹਨੂੰ ਸਦੀਆਂ ਦਾ ਪ੍ਰੋਤ ਕਹਿ ਕੇ ਮਿਲਦਾ ਪਿਆ ਪ੍ਰਸ਼ਾਦ ਪਾਣੀ, ਇੱਕ ਸਿੱਖ ਨੂੰ ਕਹਿ ਦੇਣਾ ਵੀ ਆਹ ਸਾਡਾ ਪ੍ਰੋਤ, ਮਤਲਬ ਪ੍ਰੋਤਵਾਦਾ ਨਹੀਂ ਵੀ ਅਸੀਂ ਇਹਨੂੰ ਸਨਮਾਨ ਦਿੱਤਾ, ਉਹ ਕਿਵੇਂ ਬਰਦਾਸ਼ਤ ਕਰੇਗਾ? ਇੱਕ ਤਾਂ ਇਹ। ਦੂਜੀ ਗੱਲ, ਹਾਕਮ ਸ਼੍ਰੇਣੀ, ਉਹਨੂੰ ਪਤਾ ਹੈ ਇਸ ਘਰ ਵਿੱਚੋਂ ਸੱਚ ਦੀ ਆਵਾਜ਼ ਉੱਠੀ ਹੈ। ਹਾਕਮ ਸ਼੍ਰੇਣੀ ਲੋਧੀ ਭਾਵੇਂ ਚਲੇ ਗਏ, ਮੁਗਲ ਆ ਗਏ, ਪਰ ਗੁਰੂ ਨਾਨਕ ਸਾਹਿਬ ਦੀ ਰਸਨਾ ਤੋਂ ਇਹ ਬੋਲ ਜਦੋਂ ਬਾਣੀ ਚੋਂ ਕੋਈ ਪੜੇਗਾ, ਰਾਜੇ ਸ਼ੀ ਮੁਕੱਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ, ਚਾਕਰ ਨਾਂਦਾ ਪਾਇਨ ਘਾਓ ਰਤ ਪਿੱਤ ਕੁੱਤਿਓ ਚੱਟ ਜਾਓ। ਹੁਣ ਇਹ ਸ਼ਬਦ ਕਹਿਣੇ, ਮੈਂ ਇੱਕ ਹੋਰ ਅਰਜ਼ ਕਰਾਂਗਾ, ਇਹ ਕੇਵਲ ਪਿੱਠ ਪਿੱਛੇ ਨਹੀਂ, ਮੁੱਖ ਤੇ ਸ਼ਬਦ ਕਹਿ ਦੇਣੇ ਕਿ ਬਾਬਰ ਪਾਪ ਦੀ ਜੰਜ ਦਾ ਲਾੜਾ ਹੈ। ਇਹ ਗੱਲਾਂ ਅਕਬਰ ਨੂੰ ਦੱਸੀਆਂ ਗਈਆਂ ਵੀ ਜਿਹੜਾ ਇਹਨਾਂ ਗ੍ਰੰਥ ਤਿਆਰ ਕੀਤਾ ਉਹ ਜਿਹਦੇ ਆ ਕੁਝ ਲਿਖਿਆ। ਗਿਆਨੀ ਗਿਆਨ ਸਿੰਘ ਉਹਨਾਂ ਨੇ ਜ਼ਿਕਰ ਕੀਤਾ ਬਟਾਲੇ ਮਿਲਣ ਦਾ, ਪੋਥੀ ਸਾਹਿਬ ਲਿਜਾਣ ਦਾ। ਹੁਣ ਜਦੋਂ ਇਹ ਸ਼ਬਦ ਕਹੇ ਰਾਜੇ ਸ਼ੀ ਮੁਕੱਦਮ ਕੁੱਤੇ, ਕੀ ਇੱਕ ਰਾਜਾ ਬਰਦਾਸ਼ਤ ਕਰੇਗਾ ਕਿ ਮੇਰੇ ਲਈ ਇਹ ਸ਼ਬਦ ਕਹੇ? ਤੇ ਚੇਤੇ ਰੱਖਿਓ ਇਹ ਸਰਬਕਾਲੀ ਤੇ ਸਰਬਦੇਸ਼ੀ ਨੇ, ਕੇਵਲ ਉਸ ਵੇਲੇ ਨਹੀਂ, ਇਹ ਅੱਜ ਵੀ ਢੁਕਦੇ ਨੇ ਜਿਹੜਾ ਬਾਦਸ਼ਾਹ ਖੂਨਖਾਰ ਬਣ ਕੇ ਆਪਣੀ ਪ੍ਰਜਾ ਦੇ ਖੂਨ ਪੀਣ ਲੱਗ ਪਵੇ। ਹਜ਼ੂਰ ਨੇ ਜਦੋਂ ਬਾਬਰ ਬਾਣੀ ਨਾਲ ਸੰਬੰਧਿਤ ਸ਼ਬਦ ਨੇ ਉੱਥੇ ਪਾਪ ਕੀ ਜੰਜ ਦਾ ਲਾੜਾ ਕਿਹਾ, ਤੇ ਦੂਸਰਾ ਸ਼ਬਦ ਵਰਤਿਆ ਕਿ ਮੁਗਲ ਜਮਦੂਤ ਬਣ ਕੇ ਆਇਆ, ਤੇ ਤੀਜਾ ਸ਼ਬਦ ਵਰਤਿਆ ਦੇ ਸਿਪਾਹੀ ਖਲਕੇ ਕੁੱਤੇ ਲੋਕਾਂ ਦੇ ਰਤਨਾ ਵਰਗੇ ਤਨ ਨੂੰ ਪਾੜਨ ਲੱਗ ਪਏ। ਹੁਣ ਉਸ ਗੱਦੀ ਤੇ ਬੈਠਾ
ਉਹਨੂੰ ਇਹ ਰਿਪੋर्ट ਦਿੱਤੀ ਜਾए भी आ कुछ लिखा है बाणी च कि जैसी मैं आवे खसम की बाणी तैसरा करी ज्ञान वे लालो पाप की जंज लै काबलो धाया जोरी मंगै दान वे लालो। जे ये बचन कह जन खुरासान खसमाना किया हिंदुस्तान डराया आपे दोष न देई करता जम कर मुगल। मुगल ते जम ते सराज किन्हां दा है? मुगलों का है। जम कर मुगल चढ़ाया ते नाले बचन क्या रतन विगाड़ वगोए कुत्ती। शब्द जिन्हें टीकाकारां ने अर्थ ही किते, प्रोफैसर साहब सिंह उन्होंने भी किते कि रत्ना वर्गे जिहड़े कीमती शरीर सन बाबर दे सिपाहियां ने कुत्ते बन के सारे शरीरां नूं पाड़ दिता। रतन विगाड़ वगोए कुत्ती मोया सार ना काई मरिया होइयां दियां लाशां दी भी संभाल कोई नहीं करदा। इन्नी दुर्गति हो गई। मेरी बेनती है कि ये चीज़ां हुकूमत बर्दाश्त करेगी? ब्राह्मण का विरोध सी, हकूमत चाहती सी ते जदों गुरु ग्रंथ साहिब जी का स्वरूप तैयार किया गया तो सच ये वे कुछ मुलाने ते कुछ ब्राह्मण ये साडे इतिहास के तत्थ ने। उन्हें जाके अकबर नूं कहा ये 1605 की घटना है तो हजूर 30 मई 1606 नूं शहीद किए जाते धन गुरु अर्जुन देव जी। बटाले की धरती उन्हें शिकायत की, कह लगे महाराज जे तुसी नहीं सुनोगे तो कौन सुनेगा। उन्हें कहा इन्हें एक ग्रंथ तैयार किया है, उस ग्रंथ के अंदर हिंदू देवी देवतियां की निंदा की गई है, इस्लाम के बारे भी बहुत कुछ चंगा नहीं कहा गया। जदों ये शब्द कहे साडा इतिहास कहता है कि उन्हें कहा भी मैं दर्शन करने में देखना चाहना, मैनू सुनाया जाए। तो जदों वो स्वरूप ले जाते हैं उत्थे अदब नाल पालकी विच तकरीबन हर विद्वान ने इसनूं कोट किया है। पालकी साहिब जाते हैं स्वरूप तो वो शिकायत करने वाले भी कोल ने ते बादशाह अकबर भी उत्थे। वो कहना मैनू पढ़ के सुनाओ। हुण जदों बाबा बुढ़ा साहिब जी भाई गुरदास साहिब जैसे सिख पढ़ के सुनाते हैं, साडा इतिहास कहता है कि जदों क्या इत्थों पढ़ो तो शब्द आउंदा खाक नूर करदंग आलम दुनिया है। हुण वो कहते ने कि ते महाराज पहले ही कढ़ लिया ना। गुरु साहिब दे जिहड़ा स्वरूप है उहदे अंग हटा के कहन लगे इत्थों पढ़ो। तो कुछ विद्वान लिखते हैं कि आवाज़ आई कोई बोले राम राम कोई खुदा है। उन्हें कहा नहीं नहीं ये गड़बड़ कर रहे चेते रखियो बेईमान हो सन, पर मेरा सतगुरु समर्थ उदन भी बोलिया तो अकबर निरुत्तर होया ते अज भी समर्थ सतगुरु गुरु ग्रंथ साहिब बोलता है हुक्म रूप जे कोई ध्यान नाल सुने। उन्हें कहा इत्थों जी उत्थे फिर शब्द आया कि अव्वल अल्लाह नूर उपाया कुदरत के सब बंदे एक नूर ते सब जब उपजया कौन भले को मंदे। 51 सोने दियां मोहरां रख के अकबर ने मत्था टेक के क्या ईरखा वश आके कुछ ना बोलो, ये विच तां अल्लाह तो बिना दूजी गल ही कोई नहीं। पर एक साजिश सी कि जो गुरु ग्रंथ साहिब मैं बेनती करा उस तो अगे घरोगी फुट। पिरथीए ने पूरा जोर लाया, पर यह गल याद रखियो कि पिरथीए की मौत गुरु अर्जुन देव की शहादत तो पहला हो जाती। पिरथीए पूरा जोर लाया सी पढ़ते आए, पिछले दिनों असी खुल के विचारिया। हुण इधर अकबर की मौत हुई। अकबर चाहता सी मेरा पोता गद्दी ते बैठे खुसरो। जहांगीर जिन्हों आप सलीम शब्द भी वरतने नशई सी। वाहिगुरू दारू ये प्याली च डुबिया। तो जदों अकबर सी उदों सखावा कुछ वेला आया, क्योंकि उन्हें दीने इलाही मजहब भी शुरू किया। वो चाहता सी कि मैं एक नवा धर्म शुरू करा। डॉक्टर बलबीर सिंह उन्होंने की एक किताब है कलम दी करामात, उहदे विच एक चैप्टर है मजहब विच दखल। वो कहते हैं मजहब राजनीतिक लोग पैदा नहीं कर सकते, धर्म पैदा हुंदा धर्मी धर्म कमान वालियां तो। जे केवल राजनेता मजहब पैदा कर सकते होंदे ते अकबर क्यों ना कर गया। अलाउद्दीन खिलजी ने भी यत्न किया। अकबर ने सोचा कि दीने इलाही मजहब आगरा केंद्रों ने बनाया अपना मजहब चलाने लई। हिंदुस्तान की किस्मत हार गई कि राजपूत राजियां ने अपने हथियार सट के सच एवे कि ओदे सामने झुक के अपनियां बेटियां दे ते अपनियां भैणां दे डोले दे दिते। याद रखियो जहांगीर दियां रगां विच राजपूत ते मुगलों का दोनों का खून है। मां राजपूत है, प्यो अकबर।
हुण वो चाहता है कि मैं अपने पुत्र की थां अपने पोते नूं गद्दी दियां, ਉਹਦਾ ध्यान खुसरो वाल है। पर जहांगीर सलीम ਇਹਦੀ तबीयत तो मुलाने जाणू ने, कट्टर लोग जाणू ने, पर मैं एक शब्द कहन तो बिल्कुल संकोचांगा नहीं कि गुरु अर्जुन देव की शहादत का कारण कट्टर धर्मी लोगों की अज्ञानता की कट्टरता ने उन्होंने शहीद कराने तक पहुंचे। अज्ञानता में शब्द वरते एक। अकबर वो चाहता पोता, पर उसकी मौत तो बाद जहांगीर तख्त ते बैठता। जहांगीर अपने पुत्र नूं गिरफ्तार करने वास्ते फौज भेजदा, वो पंजाब नूं चलदा। कुछ विद्वान कहंदे ने तरन तारण की धरती ते मिलाप होया, कुछ विद्वान इनू स्वीकार नहीं करते, मैनू बख्श दिया जे। पर जो साडी प्रचलित है भी ये जहांगीर नूं दस्या गया कि तेरे पुत्र ने लंगर छकिया है, तेरे पुत्र नूं उन्होंने राज तिलक दिता है। हालांकि गुरु घर अंदर शब्द सच निशान का तिलक तो है। इत्थे अकबर आया लंगर छक के गया, पर गुरु घर अंदर तिलक नहीं लाया गया। पर यह गल जोड़ दी गई, इसका मतलब राज वास्ते असीस दी गई। हुण जहांगीर पहला निकल के जाता है गोइंदवाल के घाट तो, गुरु साहब की शहादत तो पहला कोई गल नहीं। खुसरो पकड़िया जाता है, वो साथी मारे जाते, वो मारदा उन्होंने। पर जदों लाहौर पहुँचता है, उत्थे फिर ये सोचते हैं भी हुण ये बंदा तपिया तो है ही, मतस्वी भी है सी। ਇਹਦੇ ਵਿੱਚ खास करके शेख अहमद सरहंदी जिहदी कबर आपां जदों इस सरहंद तो फतेहगढ़ साहब तो जाने बसी पठाणा नूं, तो रस्ते विच आउंदियां ने सारे मकबरे। शेख अहमद सरहंदी इहने ऐलान कीता सी कि मैं इस्लाम विच नवीं रूह फूकण आया, ते इत्थों तक कि 62 साल की उम्र च हज़रत मुहम्मद साहब ने चलाना किया, तो 62 साल की उम्र में इसकी मौत हुई सी। ਇਹਦਾ ਅੱਗੇ ਸੇਵਕ ਹੈ ਜਿਹਨੂੰ ਆਪਾਂ शेख फरीद बुखारी ਕਹਿੰਦੇ ਹਾਂ, ਜਿਹਨੂੰ ਮੁਰਤਜ਼ਾ ਖਾਨ ਦੀ ਪਦਵੀ ਦਿੱਤੀ ਗਈ ਹੈ। ਹੁਣ ਇਹਦੀ ਗੰਢ ਸੰਡ ਉਹਨਾਂ ਨਾਲ ਹੈ। ਉਹਨੇ ਉਸ ਵਕਤ ਜਹਾਂਗੀਰ ਦੇ ਬੈਠਦਿਆਂ ਉਹਦੀਆਂ ਪੁਰਾਤਨ ਚਿੱਠੀਆਂ ਤੇ ਖਾਸ ਕਰਕੇ ਸਰਦਾਰ ਕਪੂਰ ਸਿੰਘ ਉਹਨਾਂ ਦੀ ਜਿਹੜੀ ਖੋਜ ਹੈ ਉਹਦੇ ਮੁਤਾਬਕ ਉਹ ਕਹਿੰਦੇ ਨੇ, ਉਹ ਕਹਿੰਦਾ ਹੁਣ ਵੇਲਾ ਆ ਗਿਆ ਕਿ ਜਹਾਂਗੀਰ ਤਖਤ ਤੇ ਬੈਠਾ ਹੈ ਇਸਲਾਮ ਦੇ ਪ੍ਰਫੁੱਲਤ ਹੋਣ ਦਾ, ਇਸਲਾਮ ਦੇ ਫੈਲਾਣ ਦਾ। गुरु अर्जुन के विरोध विच वो भी, सिक्खी की लहर के विरोध विच वो भी है। इत्थे फिर जहांगीर नूं दस्या गया कि तेरे पुत्र नूं लंगर छकाया, इन्हां ने राज तिलक दिता है। धन गुरु अर्जुन देव महाराज उन्हां बारे तुज के जहांगीरी खून तां सारे विद्वानां ने वो लफ्ज पढ़ भी ने। वो गुरुदेव के घर नूं झूठ की दुकान कहंदा है, बातले दुकान, झूठ की दुकान। कमाल की गल, जिहड़ा झूठ के सहारे खलोता है वो सच नूं झूठ की दुकान कह रहा है। तो उहदे विच कहंदा है कि मुद्दतां तो मैं देख रहा सां कि अर्जन नामी हिंदुओं ने शब्द वरतिया कि कई पीढ़ियां तो अपना झूठ अपना प्रपंच फैला रहे हैं। हिंदू तो उहदे पिछे तुरे ही तुरे, भोले भाले मुसलमान भी उहदे प्रभाव नूं कबूल चले। कहंदा मैं मुर्तज़ा खान नूं कह के उहदा पुत्र उहदा परिवार ਉਹਦੇ घर घाट ਨੂੰ ਜ਼ਬਤ ਕਰਨ ਦਾ ਹੁਕਮ ਦਿੱਤਾ। ਹੁਣ ਜਦੋਂ ਇਹ ਸਾਹਮਣੇ ਲਿਖਤ ਆਈ ਵਿਦਵਾਨਾਂ ਦੇ, ਤੇ ਅੱਖਾਂ ਖੁੱਲੀਆਂ ਵੀ ਗੁਰੂ ਅਰਜੁਨ ਦੇਵ ਦੀ ਸ਼ਹਾਦਤ ਦੇ ਕਾਰਨ ਹੋਰ ਗਹਿਰੇ ਨੇ। ਉਧਰ ਚੰਦੂ, ਇਹਨੂੰ ਮਾਫ ਨਹੀਂ ਕੀਤਾ ਜਾ ਸਕਦਾ ਜਿਹਨੂੰ ਮਹਾਰਾਜ ਜੀ ਨੇ ਜੇ ਸਜ਼ਾ ਦਿੱਤੀ, ਕਿੱਡਾ ਕੋ ਵੱਡਾ ਉਹਦਾ ਅਪਰਾਧ ਹੈ। ਰਿਸ਼ਤੇ ਦੀ ਗੱਲ ਨਹੀਂ, ਕਿ ਰਿਸ਼ਤਾ ਤਾਂ ਮੋੜ ਹੀ ਮੋੜਿਆ। ਅਸਲ 'ਚ ਇਹ ਉਹਨਾਂ ਲੋਕਾਂ ਦਾ ਹੱਥ ਟੋਕਾ ਸੀ ਅੱਗੇ ਕਿ ਜਿਹੜੇ ਲੋਕ ਵਰਨ ਵੰਡ ਦੇ ਖਮੈਤੀ ਸਨ, ਤੇ ਜਿਹੜੇ ਕੇਵਲ ਸਨਾਤਨ ਧਰਮ ਦਾ ਬੋਲਬਾਲਾ ਹੀ ਚਾਹੁੰਦੇ ਸਨ। ਧੰਨ ਗੁਰੂ ਅਰਜੁਨ ਦੇਵ ਮਹਾਰਾਜ ਉਹਨਾਂ ਦੀ ਗ੍ਰਿਫਤਾਰੀ ਦੇ ਵਾਰੰਟ ਆਉਂਦੇ, ਹਜ਼ੂਰ ਨੂੰ ਲਾਹੌਰ ਬੁਲਾਇਆ ਜਾਂਦਾ ਹੈ। ਗੁਰੂ ਅਰਜੁਨ ਦੇਵ ਅੰਮ੍ਰਿਤਸਰ ਜਾਣ ਤੋਂ ਪਹਿਲਾਂ, ਤੁਰਨ ਤੋਂ ਪਹਿਲਾਂ ਹਰਮੰਦਰ ਸਾਹਿਬ ਪਹੁੰਚਦੇ। ਇੱਥੋਂ ਰਵਾਨਾ ਹੋਣ ਲੱਗਿਆ ਅੰਮ੍ਰਿਤਸਰ ਤੋਂ ਪਹਿਲਾਂ ਹਰਮੰਦਰ ਸਾਹਿਬ ਬਾਬਾ ਬੁੱਢਾ ਸਾਹਿਬ ਜੀ ਨੂੰ ਮਿਲਦੇ ਨੇ। गुरु हरगोबिंद साहब नाल गलबात हुंदी है। हजूर नाल 5 सिख अमृतसर की धरती तो लाहौर नूं जांदे, संगत विद्या करन जांदी है, गुरगद्दी हजूर दे देंदे ने। पता है कि लाहौर जाना है, उत्थे खुजत होनी है। बंसावली नामा वाला कहंदा है तुरकां ने करनी है खुजत, असी उत्थे अपना शीश देना है। धन गुरु अर्जुन देव संगत विद्या करन जांदी है।
ਤੇ ਇੱਕੋ ਗੱਲ ਕਹਿੰਦੇ ਨੇ, ਸੰਸਾਰ ਦੀ ਖੇਡ ਇਹ ਵੇ, ਤੁਸੀਂ ਸ਼ਬਦ ਦੇ ਲੜ ਲੱਗੋ। 5 ਸਿੱਖ ਨਾਲ ਜਾਂਦੇ ਨੇ। ਧੰਨ ਗੁਰੂ ਅਰਜੁਨ ਦੇਵ ਚੰਦੂ ਦੀ ਹਵੇਲੀ 'ਚ ਕੈਦ ਕੀਤੇ ਜਾਂਦੇ ਨੇ। ਹਜ਼ੂਰ ਉੱਤੇ 5 ਦਿਨ ਤਸੀਹੇ ਦਿੱਤੇ ਜਾਂਦੇ ਨੇ ਸੱਚੀ ਸਰਕਾਰ ਨੂੰ। ਉਹਨਾਂ ਵਿੱਚੋਂ ਇਹ ਗੱਲ ਕਹੀ ਜਾਂਦੀ ਹੈ ਕਿ ਤੁਸੀਂ ਸਾਡੇ ਕਹਿਣ ਮੁਤਾਬਕ ਗੁਰੂ ਗ੍ਰੰਥ ਸਾਹਿਬ ਬਾਰੇ, ਸਾਡੇ ਕਹਿਣ ਮੁਤਾਬਕ ਹਜ਼ਰਤ ਮੁਹੰਮਦ ਸਾਹਿਬ ਦੀ ਸਿਫਤਾਂ ਦੀਆਂ ਕੁਝ ਸਤਰਾਂ ਲਿਖ ਦਿਓ। ਦੂਜਾ, ਹਿੰਦੂ ਜ਼ੋਰ ਪਾਉਂਦੇ ਪਏ ਨੇ, ਸਾਡੇ ਮੁਤਾਬਕ ਦੇਵੀ ਦੇਵਤਿਆਂ ਦੀ ਕੋਈ ਸਿਫਤ ਲਿਖ ਦਿਓ। ਪਰ ਸ਼ਾਂਤੀ ਦੇ ਪੁੰਜ, ਠੰਡ ਦੇ ਘਰ, ਮੈਨੂੰ ਡਾਕਟਰ ਤਾਰਨ ਸਿੰਘ ਉਹਨਾਂ ਦੀ ਗੱਲ, ਉਹ ਕਹਿੰਦੇ ਨੇ ਸ਼ਾਂਤੀ ਦੇ ਪੁੰਜ ਨੇ, ਨਿਮਰਤਾ ਦੇ ਘਰ ਨੇ, ਕੋਮਲ ਹਿਰਦੇ ਵਾਲੇ ਨੇ, ਪਰ ਸਾਰੇ ਗੁਣ ਹੋਣ ਦੇ ਬਾਵਜੂਦ ਦਿਰੜ ਇੰਨੇ ਨੇ ਕਿ ਆਪਣੇ ਤਨ ਨੂੰ ਤਾਂ ਅੱਗ ਸਾਹਮਣੇ ਪ੍ਰਵਾਨ ਕਰਾ ਲਿਆ, ਪਰ ਆਪਣੇ ਸਿਧਾਂਤ ਤੇ ਅਡਿਗ ਰਹੇ। ਉਹਨਾਂ ਨੂੰ ਸਿਧਾਂਤ ਤੋਂ ਕੋਈ ਡੇਗ ਨਹੀਂ ਸਕਿਆ। ਧੰਨ ਗੁਰੂ ਅਰਜੁਨ ਦੇਵ ਜੀ ਨੂੰ ਇਹ ਸ਼ਬਦ ਕਹੇ ਗਏ। ਕਈਆਂ ਨੇ ਜੁਰਮਾਨਾ ਭਰਨ ਦਾ ਜ਼ਿਕਰ ਵੀ ਕੀਤਾ। ਸਤਿਗੁਰੂ ਗੁਰੂ ਅਰਜੁਨ ਦੇਵ ਜੀ ਨੇ ਕਿਸੇ ਚੀਜ਼ ਨੂੰ ਸਵੀਕਾਰ ਨਹੀਂ ਕੀਤਾ। ਜਹਾਂਗੀਰ ਹੁਕਮ ਦਿੰਦਾ ਹੈ, ਯਾਸਾ ਵਾ ਸਿਆਸਤ, ਯਾਸਾ ਦੇ ਕਾਨੂੰਨ ਮੁਤਾਬਕ ਇਹਨਾਂ ਨੂੰ ਖਤਮ ਕੀਤਾ ਜਾਏ। ਸਿਆਸਤ ਸ਼ਬਦ ਅਰਬੀ ਦਾ ਤੁਹਾਨੂੰ ਸਭ ਨੂੰ ਪਤਾ ਹੈ, ਇਹਦੇ ਅਰਥ ਨੇ ਰਾਜਨੀਤੀ। ਯਾਸਾ ਸ਼ਬਦ ਜਿਹੜਾ ਇਹ ਮੰਗੋਲ ਹੈ, ਇਹਦਾ ਅਰਥ ਹੈ ਕਾਨੂੰਨ। ਚੰਗੇਜ਼ ਖਾਨ ਦੀ ਵਿਧਾਨ ਸਭਾ ਵਿੱਚ ਪਾਸ ਹੋਇਆ ਕਾਨੂੰਨ, ਯਾਸਾ ਦਾ ਕਾਨੂੰਨ ਹੈ ਕਿ ਕਿਸੇ ਧਰਮਾਤਮਾ ਨੂੰ ਇਹ ਸ਼ਬਦ ਕਹਿ ਲਈਏ ਕਿ ਉਹਨੂੰ ਖਤਮ ਕਰਨਾ ਹੋਵੇ, ਇਸ ਢੰਗ ਨਾਲ ਖਤਮ ਕਰੋ ਤਸੀਹੇ ਦੇ ਕੇ ਕਿ ਉਹਦੀ ਬੋਡੀ ਵਿੱਚੋਂ ਖੂਨ ਨਾ ਨਿਕਲੇ। ਜੇ ਉਹਦੇ ਖੂਨ ਦਾ ਇੱਕ ਤੁਪਕਾ ਵੀ ਬਾਹਰ ਡਿੱਗਿਆ ਤੇ ਉਹਦੇ ਵਰਗੇ ਹੋਰ ਕ੍ਰਾਂਤੀਕਾਰੀ ਸ਼ਹੀਦ ਪੈਦਾ ਹੋ ਸਕਦੇ। ਧੰਨ ਗੁਰੂ ਅਰਜੁਨ ਦੇਵ ਜੀ ਲਈ ਤਸੀਹੇ ਕੀ ਚੁਣੇ ਗਏ? 3 ਤਰ੍ਹਾਂ ਦੇ ਤਸੀਹੇ ਸਨ। ਤਪਤ ਲੋਹ, ਤਪਤ ਨੀਰ ਤੇ ਤਪਤ ਬਾਲੂ। ਤਪਤ ਰੇਤਾ, ਤਪਦਾ ਰੇਤਾ, ਤਪਦੀ ਹੋਈ ਲੋਹ ਤੇ ਉਬਲਦਾ ਹੋਇਆ ਤੱਤਾ ਪਾਣੀ। ਠੰਡ ਦਾ ਸੋਮਾ ਤੱਤੀ ਤਵੀ ਉੱਤੇ ਬੈਠਾ। ਧੰਨ ਗੁਰੂ ਅਰਜੁਨ ਦੇਵ ਮਹਾਰਾਜ, ਉਹਨਾਂ ਦੇ ਸੀਸ ਉੱਤੇ ਰੇਤਾ ਪਾਇਆ ਗਿਆ। ਮੈਂ ਰਾਤ ਵੀ ਇੱਕ ਦਿਨ ਅਰਜ਼ ਕੀਤੀ ਸੀ, ਠੀਕ ਹੈ, ਤਸਵੀਰਾਂ ਬਣਾਉਣ ਵਾਲੇ ਸਤਿਗੁਰੂ ਦਾ ਚੋਲਾ ਦਿਖਾ ਦਿੰਦੇ ਆ, ਦਸਤਾਰ ਦਿਖਾਉਂਦੇ ਆ, ਉੱਤੇ ਰੇਤਾ ਪਾ ਰਿਹਾ ਭੜਪੂੰਜਾ। ਨਹੀਂ ਪਿਆਰਿਓ, ਤਸ਼ੱਦਦ ਕਰਨ ਵਾਲਿਆਂ ਨੇ ਇਸ ਤਰ੍ਹਾਂ ਥੋੜਾ ਕੀਤਾ। ਪ੍ਰਸ਼ਾਦ ਪਾਣੀ ਕੁਛ ਨਹੀਂ ਦਿੱਤਾ। ਹਜ਼ੂਰ ਨੂੰ ਤੱਤੀ ਤਵੀ ਤੇ ਬਿਠਾਇਆ, ਸੀਸ 'ਚ ਰੇਤਾ ਪਾਇਆ, ਉਬਲਦੀ ਦੇਗ ਹੈ। ਸਭ ਕੁਝ ਗੁਰਦੇਵ ਜਰ ਗਏ, ਪਰ ਕੇਵਲ ਅਕਾਲ ਪੁਰਖ ਦੇ ਭਾਣੇ ਵਿੱਚ ਉਹਦੀ ਰਜਾ ਵੀ ਸਵੀਕਾਰ ਕੀਤਾ। ਕਿਹਾ ਜਾਂਦਾ ਹੈ ਇਸ ਘਟਨਾਕ੍ਰਮ ਦਰਮਿਆਨ ਸਾਈਂ ਮੀਆਂ ਮੀਰ ਆਉਂਦਾ ਹੈ। ਹਜ਼ੂਰ ਸੱਚੇ ਪਾਤਸ਼ਾਹ ਜੀ ਨੂੰ ਦੇਖਦਾ ਹੈ। ਮਹਾਰਾਜ ਤੇ ਸਰੀਰ ਉੱਪਰ ਫਲੂਵੇ ਨੇ, ਰੇਤਾ ਪੈ ਰਿਹਾ। ਉਸ ਫਕੀਰ ਦੀ ਆਤਮਾ ਕੁਰਲਾ ਉੱਠਦੀ ਹੈ ਤੇ ਕਹਿੰਦਾ, ਮਹਾਰਾਜ ਇਹ ਕੀ ਕਰ ਰਹੇ ਹੋ? ਸਤਿਗੁਰੂ ਇਹ ਕੀ? ਹਜ਼ੂਰ ਹੱਸ ਕੇ ਕਹਿੰਦੇ ਨੇ, ਸਾਈਂ ਜੀ ਵੈਸੇ ਗੁਰ ਪ੍ਰਤਾਪ ਸੂਰਜ 'ਚ ਘਟਨਾ ਹੈ। ਤੁਸੀਂ ਸੁਖਮਨੀ ਸਾਹਿਬ ਦੇ ਜਦੋਂ ਅਸ਼ਟਪਦੀ ਬ੍ਰਹਮ ਗਿਆਨੀ ਦੀ ਪੜ੍ਹੀ ਸੀ ਤੇ ਪੁੱਛਿਆ ਸੀ, ਹਕੀਕਤ ਵਿੱਚ ਵੀ ਹੋ ਸਕਦਾ ਕਿ ਬ੍ਰਹਮ ਗਿਆਨੀ ਕੈ ਧੀਰਜ ਏਕ, ਕੀ ਇਹ ਧੀਰਜ ਹੋ ਸਕਦਾ ਜਿਉਂ ਬਸਦਾ ਕੋ ਖੋਦਾ ਕੋ ਚੰਦਨ ਲੇਪ, ਕੀ ਐਡਾ ਧੀਰਜ ਹੋ ਸਕਦਾ ਹੈ? ਇਹ ਹਕੀਕਤ ਵਿੱਚ ਵੀ ਹੈ। ਤੁਹਾਨੂੰ ਅਸੀਂ ਕਿਹਾ ਸੀ ਖਾਂ ਹਕੀਕਤ ਵਿੱਚ ਹੈ, ਪਰ ਅੱਜ ਆਖਰੀ ਅਰਥ ਤੁਹਾਨੂੰ ਦੱਸਣੇ ਪਿਆ। ਵਕਤ ਆਏਗਾ ਤੇ ਇਹਨਾਂ ਅਰਥਾਂ ਨੂੰ ਅਸੀਂ ਆਪਣੀ ਜ਼ਿੰਦਗੀ ਵਿੱਚ ਢਾਲ ਕੇ ਤੁਹਾਨੂੰ ਦਿਖਾਵਾਂਗੇ। ਕਹਿਣ ਲੱਗੇ, ਅੱਜ ਤੱਤੀ ਲੋ, ਸੀਸ ਉੱਤੇ ਰੇਤਾ ਤੇ ਉਬਲਦੀ ਦੇਗ ਤੇ ਤਪਦਾ ਹੋਇਆ ਸੂਰਜ, ਪਰ ਦੂਜੇ ਪਾਸੇ ਹਰਮੰਦਰ ਵਾਲੀ ਉਹ ਠੰਡ। ਯਾਦ ਰੱਖਿਓ ਸਾਈਂ ਜੀ, ਅੱਜ ਉਹੀ ਠੰਡ ਇੱਥੇ ਅਨੁਭਵ ਹੁੰਦੀ ਏ ਜਿਹੜੀ ਠੰਡ ਰੱਬੀ ਕੀਰਤਨ ਕਰਦਿਆਂ ਸਰੰਦਾ ਪਕੜ ਕੇ ਮਹਿਸੂਸ ਹੁੰਦੀ ਸੀ। ਵੈਸੇ ਇਹਦਾ ਹਵਾਲਾ ਇੱਕ ਸਾਡੇ ਵਿਦਵਾਨ ਨੇ 4 ਸਤਰਾਂ ਨਜ਼ਮ ਦੀਆਂ ਲਿਖੀਆਂ ਤੇ ਉਹ ਕਹਿੰਦਾ, ਚਾਰੋਂ ਤਰਫ ਅੱਗ ਬਰਸੇ ਸੇਕ ਸੀ ਸਨ ਤਨ ਸਾੜਦਾ। ਚਾਰੋਂ ਤਰਫ ਅੱਗ ਬਰਸੇ ਸੇਕ ਸੀ ਤਨ ਸਾੜਦਾ। ਛਾਲੇ ਛਾਲੇ ਹੋ ਗਿਆ ਜੁੱਸਾ ਸੱਚੀ ਸਰਕਾਰ ਦਾ। ਸਾਈਂ ਮੀਆਂ ਮੀਰ ਡਿੱਠਾ ਹਾਲ ਆ ਜਦ ਯਾਰ ਦਾ, ਉਹ ਹੋ ਵਿਆਕੁਲ ਰੋ ਪਿਆ ਚੀਕ ਤੇ ਢਾਹਾਂ ਮਾਰਦਾ। ਸਤਿਗੁਰੂ ਕਿਹਾ, ਮੀਆਂ
छोड़ो प्रीति चाम से, क्या हुआ तन जल राम शांत है हरि नाम से। तन नूं सेक लगदा पिया, साडे अंदर ठंड है। पांदी ननकाणवी साहब इस तसीहे दे दृश नूं अपनी रचना च इस तरह लिखते हैं कि जिदे सीस ते कदी सी कलस झुलदे, गर्म बालू दे कड़छे पवा रिहा सी। ते मैं अक्सर बेनती करना वा, गुरसिखो साडी नींह गुरबानी है ते साडा कलस कुर्बानी है। इबादत सिक्खी दी नींह है ते शहादत सिक्खी दा गुंबद है। जिदे अंदर गुरु के शब्द का निवास हो गया, शहादत दे गुंबद तक जांदा भी हो है। फिर बेनती करा, वो लिखते हैं जिदे सीस ते कदी सी कलस झुलदे, गर्म बालू दे कड़छे पवा रिहा सी। कई पैर अंगियारां दी सेज बह के शांत मई दे पूरने पा रिहा सी। गुरु अर्जुन देव महाराज जिन्होंने असी 8 दिनों तो निरंतर सत्ता तो नमस्कार कर रहे, जिदे सीस ते कदी सी कलस झुलदे, गर्म बालू दे कड़छे पवा रिहा सी। कई पैर अंगियारां दी सेज पै के शांत मई दे पूरने पा रिहा सी। खा के देग दे विच उबालिया नूं फिर भी सतनाम वैगुरू गा रिहा सी। सीना तपदा जगदा ठारने नूं तन अपना साड़ विखा रिहा सी। कहना सौखा ते सुनना भी बहुत सौखा, औखी गल है अमल कमाण वाली। ਉਹ ਇਹ ਤਾਂ ਆਤਮੇ ਕੇਵਲ ਰੱਬ ਦੀ ਸੀ, ਤਤੀ ਤਵੀ ਤੇ ਸੁਖਮਨੀ ਗਾਣ ਵਾਲੀ। ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਉਹਨਾਂ ਨੂੰ ਤਸੀਹੇ ਦਿੱਤੇ ਗਏ। ਭਾਵੇਂ ਕੇਸਰ ਸਿੰਘ ਛਿੱਬਰ ਨੇ ਸੰਗਸਾਰ ਦਾ ਜ਼ਿਕਰ ਕੀਤਾ ਹੈ, ਪਰ ਇਹ ਵੀ ਕਿਹਾ ਜਾਂਦਾ ਇਹਨਾਂ ਤਸੀਹਾਂ ਤੋਂ ਬਾਅਦ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਉਹਨਾਂ ਨੇ ਕੁਝ ਕਹਿਣ ਲੱਗੇ ਇਸ਼ਨਾਨ ਕਰਨ ਦਾ। ਇੱਕ ਮੈਂ ਬੇਨਤੀ ਕਰਾਂ, ਬੜੀਆਂ ਗੱਲਾਂ ਐਸੀਆਂ ਮਨ ਕਰਤ ਕੱਚਰ ਗੱਲਾਂ ਵੀ ਉਹਨਾਂ ਕਿਹਾ ਵੀ ਇਹਨਾਂ ਨੂੰ ਗਾਂ ਦੇ ਖਲ ਚ ਮੜਿਆ ਜਾਏ। ਮਹਾਰਾਜ ਜੀ ਨੇ ਇਸ਼ਨਾਨ ਕਰਨ ਦੀ ਇੱਛਾ ਜ਼ਾਹਿਰ ਕੀਤੀ, ਚਲੇ ਗਏ, ਪਾਣੀ ਚ ਵਾਪਸ ਹੀ ਨਹੀਂ ਆਏ। ਉਹ ਨਹੀਂ ਭਾਈ, ਗੁਰੂ ਅਰਜਨ ਦੇਵ ਤੱਤੀ ਤਵੀ ਤੇ ਬਹਿਣ ਵਾਲੇ ਨੇ। ਗਾਂ ਦੇ ਖਲ ਵਿੱਚ ਮੜਨ ਦਾ ਤੇ ਦੂਜਾ ਕਿਤੇ ਇੱਕ ਥਾਂ ਤੇ ਮਿਲਦਾ, ਪਰ ਗੁਰੂ ਅਰਜਨ ਦੇਵ ਲਈ ਨਹੀਂ। रतन सिंह भंगू ने गल लिखी है, क्या गुरु अर्जन दरियाए नहीं बोड़िया। धन गुरु अर्जुन देव जी नूं तत्ती तवी, तत्ता रेता, उबलदा होया पानी, उस तो बाद रावी दा ठंडा पानी। हजूर सच्चे पातशाह महाराज रावी दे जल अंदर उथे 5 भूतक शरीर विचों वो जोत जो आप ही निरंजनी है, ये खेड वरताई मेरे सतगुरु ने। पर भाई साहब भाई गुरदास साहब ने इस सारी घटना नूं बड़े रमजमई तरीके दे नाल किया ते इत्थों ही असीं शुरू कीती सी कथा। सोमवार शाम नूं उत्थे कहा गया कि धन गुरु अर्जुन देव सच्चे पातशाह तत्ती तवी ते बैठते ने। दुख मुसीबत शरीरक तौर पर आउंदी है, पर गुरु अर्जुन देव दा अंदर किवें प्रीत विच जुड़िया। 5 प्रमाण ते 5 ही रातां। कहते ने गुरु अर्जुन देव दा अंदर इस तरह प्रीत विच परोता जिवें मच्छी पानी नूं प्यार करदी। क्यों क्या शब्द, ये सारे प्रमाण भीड़ पै भी ते तां भी अपने प्यारे नूं नहीं भुलदे। गल सुनियो जो मैं कहन लगा। मच्छी पानी चों निकले तड़फदी है, ओदे टुकड़े कर दिओ, ओदे वजूद नूं खत्म करना चाहो ते ओदी जिंद तो बाद भी ओदे टुकड़े जिहड़े ने पानी नूं आवाज़ां पे मारदे। मीन पकड़ फांक्यो और काट्यो रांध कियो बो बानी, खंड खंड कर भोजन कीनो तो ना बिसरियो पानी। रहिंदे गुर दरियाओ विच मीन कुलीन खेत निर्बाणी, दर्शन देख पतंग ज्यों ज्योति अंदर जोत समाणी। हुण पतंगा हुंदा है, बलदी दीवे ते लट लट करदे दीवे ते अपना आप फिदा कर दिंदा। रहिंदे गुर दरियाओ विच मीन कुलीन खेत निर्बाणी, दर्शन देख पतंग ज्यों ज्योति अंदर जोत समाणी। शब्द सुरत लिव बिरग ज्यों भीड़ पई चित अवर ना आनी। ध्यान दिया जे, भीड़ पई चित अवर ना आनी। प्रमाण दिता कि शब्द की आवाज़ सुन के मिर्ग दौड़दा है, जे तीर भी वाजिया वो भीड़ विच भी शब्द वाले पासे तुरिया जांदा। शब्द सुरत लिव मिर्ग ज्यों भीड़ पई चित अवर ना आनी, चरण कमल मिल भवर ज्यों सुख संपट विच रैन विहाणी। ते जिस दिन सवेरे शहीद किते उस दिन रात गुर उपदेश ना विसरे। सारी रात गुरुदेव उपदेश देंदे रखे सिखां नूं, गुर उपदेश ना विसरे। बाबीए जो आख वखाणी, गुरमुख सुख पल पिरम रस, सहज समाध साध संग जानी। गुर अर्जुन विटों
कुर्बानी। धन गुरु अर्जुन देव महाराज उन्हां बारी फिर भट्ट सहबान उन्हां दे दो क बचन कह के असी शरदा दे फुल भेंट करने खां। जब लौ नी भाग ललार उदय तब लौ भ्रमते फिरते बहुतायो। कल कोर समुंदर में बूढ़ थे कब हूँ मिट है नहीं रे पछतायो। तत विचार यह है मथुरा जग तारन को अवतार बनायो। जप्यो जिन अर्जुन देव गुरु फिर संकट जोन गर्भ ना आयो। जप्यो जिन अर्जुन देव गुरु फिर संकट जोन गर्भ ना आयो। नाल उन्हां दा अमृत बचन कहन लगे कल युग जहाज अर्जुन गुरु। सतगुरु गुरु अर्जुन देव इस घोर कल युग दे बोइथ ने जहाज ने। पर इको मैं बेनती करनी असी 7 दिन सतगुरु दियां सिफतां कीतियां। प्यारिओ जहाज कह दिता पर दहाज नाल तुलना नहीं दिती उन्होंने। कहन लगे बाहर दा समुंदरी बेड़ा ओदी सीमा है कि इन्ना को भार ही वो ढो सकता है। पर गुरु अर्जुन देव वो जहाज ने सारी सृष्टि गुरु अर्जुन देव का सहारा लै गुरु अर्जुन देव सारिਆਂ ਨੂੰ पार कर देंदे। उन्हां दी सीमा कोई नहीं। कलयुग जहाज अर्जुन गुरु सगल सृष्ट लगवे तरो सारी सृष्टि सच एवे। जो गुरु अर्जुन साहब ने कहा प्यारिओ प्रैक्टिकल किया कि सेवक की ओढ़क निभगी प्रीत जीवत साहिब सेवियो अपना चलते राख्यो चीत। जैसी आज्ञा कीनी ठाकुर तिसते मुख नहीं मोरियो। ते गिला नहीं सहज आनंद रख्यो ग्रह भीतर उठ वाहू को दौड़ियो। आज्ञा में भूख सोई कर सूखा सोग हरख नहीं जानियो। जो जो हुक्म भयो साहिब को सो माथे लै मानियो। सच एवे हजूर दे ओ बचन के बिसर गई सब तात पराई। जब ते साध संगत मोह पाई ना को बैरी नहीं बेगाना सगल संग हमको बनियाई। ऐसे दीन दयाल सतगुरु धन गुरु अर्जुन देव सच्चे पातशाह 7 दिन निरंतर आप जी दी बाणी आप जी दियां सिफतां आप जी दा इतिहास वर्णन करदियां साडी अलपग बुद्धि तो बेअंत भुल्लां होईयां ने। कृपालू दाता जी बख्श देना। समूह संगत दा धन धन श्री गुरु ग्रंथ साहिब दा कोटान कोट शुकर।